प्रभ कै सिमरन कारज पूरे। प्रभ कै सिमरन कबहू ना झूरै। प्रभ कै सिमरन हर गुण बानी। प्रभ कै सिमरन सहज समानी। प्रभ कै सिमरन निचल आसन। प्रभ कै सिमरन कमल बिगासन। प्रभ कै सिमरन अनहद चुनकार। सुख प्रभ सिमरन का अंत न पार। सिमरै से जन जिनको प्रभ मया। नानक तिन जन शरणी पया। विसर नहीं दातार अपना नाम देहो। गुण गवा गुण गवा गुण गवा दिन रात। नानक चाहे हो नानक चाहो ए हो। ज़ाहरा ज़हूर हाजरा हजूर सर्व कला भरपूर समर्थ गुरु। लोक परलोक दी रक्षक भगत वशल दसां पातशाहियां दी जोत बन के बहुत कलयुग दे अवतार ज्ञान दे सागर धन धन श्री गुरु ग्रंथ साहिब जी महाराज सतगुरु जी की पावन पवित्र गोद हजूरी दे विच गुरु शब्द दे नाल जुड़ बैठी सत संगत जी। धनता दे योग वड भागे हो। सतगुरु जी ने अपार बख्शिश दया की है। जीवन यात्रा सफल करन दा महाराज जी ने समा बख्शिश किया है। सो इस समय नूं गुरु की कृपा के नाल आओ सफल बनाते हैं। महाराज जी तो शब्द विचार राही असीस लैके अपने जीवन नूं शांतमई सुखमई असी बना सकते हाँ। सतगुरु आयो शरण तुहारी मिले सूख नाम हर शोभा। चिंता लाही हमारी अवर न सूझे दूजी ठाहर हार पर्यो तो द्वारी। लेखा छोड़िया लेखा छूटे हम निर्गुण लेहो उबारी। सद बख्शिंद सदा मेहरबाना सबना दे आधारी। नानक दास संत पाछे पर्यो राख लेहो ई बारी। गुरु ने कृपा की है। समा बख्शिया सवास बख्शे ने और गोबिंद मिलन किए तेरी वरिया भई प्राप्त मानुख दे हरिया। बचन महाराज जी ने बख्शिश किए हैं। सो आओ दया करे महाराज साडे ते बख्शिश करे। सानू भुलिया नू राहे पा लैन महाराज जी। सानू औगणा दे भरिया नू गुण दे देन। नानक निर्गुण गुण करे गुणवंतियां गुण दे कृपा कर देन। जो साडे अंदर भरम हन भटकना है अशांति है उसनूं महाराज जी अडोलता दे विच बदल देन। तां जो जिंदगी जड़ी है वो साडी खुशियां भरी आनंद भरी
ਫਿਕਰਾਂ ਤੋਂ ਮੁਕਤ, ਚਿੰਤਾ ਤੋਂ ਮੁਕਤ ਜਿਹੜੀ ਜੀਵਨ ਜ਼ਿੰਦਗੀ ਗੁਜ਼ਰ ਸਕੇ। ਅਕਸਰ ਤੁਸੀਂ ਸਰਵਣ ਕਰਦੇ ਹੋ, ਮਨੁੱਖ ਦਾ ਜੀਵਨ ਸਫਰ ਚਿੰਤਾ ਤੋਂ ਮੁਕਤ ਕਿੱਦਾਂ ਹੁੰਦਾ, ਕਿਵੇਂ ਹੋਵੇ? ਫਿਕਰਾਂ ਤੋਂ ਮਨੁੱਖ ਮੁਕਤ ਕਿਵੇਂ ਹੋਵੇ? ਜ਼ਿੰਦਗੀ ਮਨੁੱਖ ਦੀ ਫਿਕਰਾਂ ਤੇ ਚਿੰਤਾ ਦੇ ਵਿੱਚ ਲੰਘਦੀ ਹੈ ਜਾਂ ਲੰਘ ਰਹੀ ਹੈ ਜਾਂ ਲੰਘ ਜਾਂਦੀ ਹੈ। ਇਹਨਾਂ ਫਿਕਰਾਂ ਤੋਂ ਚਿੰਤਾਵਾਂ ਤੋਂ ਬਚਣ ਦੀ ਦਵਾਈ ਜਿਹੜੀ ਹੈ ਉਹ ਦੁਨੀਆ ਦੇ ਕਿਸੇ ਵੀ ਡਾਕਟਰ ਦੇ ਕੋਲ ਨਹੀਂ ਹੈ। ਕੋਈ ਦਵਾਈ ਦੇ ਕੇ ਕਹਿ ਦਵੇ ਵੀ ਤੂੰ ਚਿੰਤਾ ਮੁਕਤ ਹੋ ਜਾਏਗਾ, ਤੈਨੂੰ ਫਿਕਰ ਨਹੀਂ ਲੱਗੇਗਾ। ਇਹ ਚੀਜ਼ ਜਿਹੜੀ ਹੈ, ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਵੀ ਦੁਨੀਆ ਦਾ ਹਰ ਬੰਦਾ, the whole world is unhappy, ਸਾਰੇ ਹੀ ਦੁੱਖ ਦੇ ਵਿੱਚ, ਹਰ ਬੰਦਾ ਪਰੇਸ਼ਾਨੀ ਦੇ ਵਿੱਚ ਘਿਰਿਆ ਹੋਇਆ। ਇਹਦਾ ਮਤਲਬ ਜਿਹੜਾ ਖੁਦ ਆਪ ਚਿੰਤਤ ਹੈ ਉਹ ਦੂਸਰੇ ਨੂੰ ਚਿੰਤਾ ਤੋਂ ਬਾਹਰ ਨਹੀਂ ਕੱਢ ਸਕਦਾ। ਜੋ ਆਪ ਫਿਕਰ ਕਰਦਾ ਹੈ ਦੂਸਰੇ ਨੂੰ ਫਿਕਰ ਦੇ ਵਿੱਚੋਂ ਬਾਹਰ ਨਹੀਂ ਕੱਢ ਸਕਦਾ। ਜੋ ਆਪ ਅੱਛਾ ਜਾਂ ਸਹੀ ਨਹੀਂ ਹੈ ਉਹ ਦੂਸਰੇ ਨੂੰ ਅੱਛਾ ਜਾਂ ਸਹੀ ਨਹੀਂ ਕਰ ਸਕਦਾ। ਜੇ ਡਾਕਟਰ ਸਾਹਿਬਾਨ ਡਾਕਟਰੀ ਆਪਣੀ ਸੀਟ ਤੇ ਹੀ ਨਾ ਬੈਠੇਗਾ ਉਹ ਕਿਸੇ ਨੂੰ ਕਿਵੇਂ ਠੀਕ ਕਰ ਪਾਏਗਾ? ਜੇ ਆਪ ਉਹ ਸਹੀ ਹੋਏਗਾ, ਆਪਣੀ ਸੀਟ ਤੇ ਬੈਠੇਗਾ ਤੇ ਉਹ ਦੂਸਰੇ ਨੂੰ ਵੀ ਆਰਾਮ ਦੇ ਦੇਗਾ, ਦੂਸਰੇ ਨੂੰ ਵੀ ਇਲਾਜ ਰਾਹੀਂ ਤੰਦਰੁਸਤੀ ਦੇ ਦੇਗਾ। ਇਸ ਕਰਕੇ ਰੋਜ਼ ਸਰਵਣ ਕਰਦੇ ਹੋ। ਸਭ ਤੋਂ ਵੱਡਾ ਸਾਡਾ ਵੈਦ, ਸਾਡੇ ਹਰ ਤਰ੍ਹਾਂ ਦੇ ਆਦ ਵਿਆਦ ਉਪਾਦ ਦੁੱਖ ਕਲੇਸ਼ ਮਿਟਣ ਵਾਲਾ ਕੇਵਲ ਤੇ ਕੇਵਲ ਸ੍ਰੀ ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ, ਜਿਨ੍ਹਾਂ ਦੇ ਕੋਲ ਬੈਠ ਕੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਾਂਤੀ ਦੇ ਵਿੱਚ ਸ਼ਾਂਤ ਫੀਲ ਕਰਦੇ ਹਾਂ ਔਰ ਆਪਣੇ ਆਪ ਨੂੰ ਬਹੁਤ ਵਡਭਾਗੇ ਸਮਝਦੇ ਹਨ। ਸੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਤੇ ਦੁਨੀਆ ਦੇ ਵਿੱਚ ਕੁਛ ਵੀ ਨਹੀਂ ਮਿਲਦਾ, ਕੋਈ ਵੀ ਨਹੀਂ ਦਿਸਦਾ ਜਿਸ ਕੋਲੋਂ ਅਸੀਂ ਮਨ ਦੀ ਸ਼ਾਂਤੀ ਜਾਂ ਸੁੱਖ ਪ੍ਰਾਪਤ ਕਰ ਸਕੀਏ। ਸੋ ਆਓ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਬੜੀ ਪਿਆਰੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 263 ਦੇ ਉੱਪਰ ਸ਼ਬਦ ਅੰਕਿਤ ਹੈ, ਜਿਸ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਪ੍ਰਭ ਕੈ ਸਿਮਰਨ ਕਾਰਜ ਪੂਰੈ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੈ। ਪਰਮਾਤਮਾ ਨੂੰ ਯਾਦ ਕਰਨ ਦੇ ਨਾਲ, ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਭਗਤੀ ਕਰਨ ਦੇ ਨਾਲ, ਬੰਦਗੀ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਮਨੁੱਖ ਦੇ ਤਮਾਮ ਕਾਰਜ ਰਾਸ ਹੋ ਜਾਂਦੇ ਹਨ। ਸਾਰੇ, ਕੋਈ ਵੀ ਨਹੀਂ ਰਹਿੰਦਾ ਜਿਹੜਾ ਵੀ ਇੱਕ ਰਹਿ ਗਿਆ ਹੋਵੇ, ਨਹੀਂ, ਇੱਕ ਵੀ ਨਹੀਂ ਰਹਿੰਦਾ। ਮਹਾਰਾਜ ਜੀ ਕਹਿੰਦੇ ਜੇ 100 ਕਾਰਜ ਮਨ ਵਿੱਚ ਧਾਰਨ ਕੀਤੇ ਨੇ 100 ਦੇ 100 ਹੋਣਗੇ। ਜੇ 99 ਪੂਰੇ ਹੋ ਗਏ ਫਿਰ ਚਿੰਤਾ ਤਾਂ ਫਿਰ ਲੱਗੀ ਰਹਿਣੀ ਜਿਹੜਾ ਇੱਕ ਨਾ ਪੂਰਾ ਹੋਇਆ। ਸੋ ਮਹਾਰਾਜ ਜੀ ਕਹਿੰਦੇ ਤੇਰੇ ਮੈਂ 99 ਨਹੀਂ ਕਰਾਂਗਾ, 100 ਕਰਾਂਗਾ। ਕਿਵੇਂ? ਸਭੇ ਇੱਛਾ ਪੂਰੀਆਂ। ਪ੍ਰੋਮਿਸ ਕਰ ਦਿੱਤਾ ਮਹਾਰਾਜ ਜੀ ਨੇ, ਇੱਕ ਨਹੀਂ, 99 ਨਹੀਂ। ਜਿੰਨੇ ਤੈਨੂੰ ਅੰਦਰ ਤੂੰ ਮੰਨੀ ਬੈਠਾ ਵੀ ਮੇਰੇ ਇਹ ਕਾਰਜ ਮਹਾਰਾਜ ਜੀ ਰਾਸ ਕਰਿਓ, ਤੇ ਸਤਿਗੁਰੂ ਜੀ ਕਹਿੰਦੇ ਤੇਰੇ ਰਾਸ ਕਰਾਂਗਾ। ਇੱਕ ਮੇਰੀ ਵੀ ਮੰਨੇਗਾ, ਇੱਕ ਮੇਰੀ ਵੀ ਮੰਨ ਲਈ, ਬਸ ਫਿਰ ਤੇਰੇ ਕਾਰਜ ਰਾਸ ਹੋ ਜਾਣਗੇ। ਬਸ ਸ਼ਰਧਾ ਰੱਖੀ, ਭਰੋਸਾ ਰੱਖੀ, ਫਿਰ ਕਾਰਜ ਰਾਸ ਹੋਣੇ ਹਨ। ਜੇ ਸ਼ਰਧਾ ਨਹੀਂ, ਭਰੋਸਾ ਨਹੀਂ, ਫਿਰ ਕਾਰਜ ਵੀ ਰਾਸ ਨਹੀਂ ਹੁੰਦੇ। ਸੋ ਇਸ ਕਰਕੇ ਜੋ ਗੁਰੂ ਦੀ ਸਿਫਤ ਸਲਾਹ ਕਰਦਾ ਹੈ, ਜੋ ਪ੍ਰਮਾਤਮਾ ਦੀ ਸਿਫਤ ਕਰਦਾ ਹੈ, ਜਾਂ ਪ੍ਰਮਾਤਮਾ ਦੀ ਬਣਾਈ ਹੋਈ ਹੈ ਦੁਨੀਆ ਕਾਇਨਾਤ ਬ੍ਰਹਿਮੰਡ ਦੀ ਸਿਫਤ ਕਰਦਾ, ਸਭ ਨੂੰ ਚੰਗਾ, ਸਭ ਭਲਾ ਕਹੋ, ਸਭ ਨੂੰ ਭਲਾ ਹੀ। ਜਿਵੇਂ ਮਹਾਰਾਜ ਜੀ ਨੇ ਸਾਨੂੰ ਭਲਾ ਜੀ ਤੇ ਭੁਲਾ ਜੀ ਇਹ ਦੋ ਭੱਬਿਆਂ ਦੀ ਬਖਸ਼ਿਸ਼ ਕੀਤੀ ਸੀ। ਮਹਾਰਾਜ ਜੀ ਦੀ ਇੱਕ ਜੁਗਤੀ ਸੀ, ਜੋ ਇਸ ਭੱਬਿਆਂ ਨੂੰ ਅਪਣਾ ਲੇਗਾ, ਭਲਾ ਜੀ ਭੁੱਲਾ ਜੀ, ਮੈਂ ਭੁੱਲਿਆ ਹਾਂ
ਤੇ ਭਲਾ ਕਰਨਾ ਤੇ ਭੁੱਲਾ ਆਪਣੇ ਆਪ ਨੂੰ ਮੰਨਣਾ ਇੱਕ ਬਹੁਤ ਵੱਡੀ ਦਾਤ ਹੈ, ਗੁਰੂ ਦੀ ਬਖਸ਼ਿਸ਼ ਹੈ। ਜ਼ਿੰਦਗੀ ਦੇ ਵਿੱਚ ਭਲਾ ਜੀ ਤੇ ਭੁੱਲਾ ਜੀ ਜੋ ਯਾਦ ਰੱਖਦਾ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਪਰੇਸ਼ਾਨ ਤੇ ਦੁਖੀ ਨਹੀਂ ਹੋਏਗਾ, ਕਿਉਂਕਿ ਉਹ ਹਰ ਆਪਣੀ ਗਲਤੀ ਦਾ ਅਹਿਸਾਸ ਕਰਕੇ ਕਹਿ ਦੇਵੇਗਾ ਮਹਾਰਾਜ ਜੀ ਮੈਂ ਭੁੱਲਾ। ਤੇ ਜਦੋਂ ਉਹ ਸੰਸਾਰ ਦੇ ਵਿੱਚ ਵਿਚਰੇਗਾ ਤੇ ਜੇ ਇਹ ਲਫ਼ਜ਼ ਜ਼ੁਬਾਨ ਤੇ ਹੋਏਗਾ ਭਲਾ, ਕਿਹਦਾ ਭਲਾ? ਮੇਰਾ ਇਕੱਲੇ ਦਾ ਭਲਾ, ਮੇਰੇ ਟੱਬਰ ਦਾ ਭਲਾ ਨਹੀਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਨੇ ਆਪਣਾ ਭਲਾ ਕਰਨਾ, ਬਹੁਤ ਵਾਰੀ ਤੁਸੀਂ ਸੁਣਿਆ ਉਹ ਦੂਸਰੇ ਦਾ ਭਲਾ ਪਹਿਲਾਂ ਕਰੇ ਜਾਂ ਮੰਗੇ, ਉਹਦੇ ਭਲੇ ਦਾ ਕਾਰਜ ਉਹਦੇ ਘਰ ਤੋਂ ਸ਼ੁਰੂ ਹੋਣਾ ਹੈ। ਜੋ ਦੂਸਰਿਆਂ ਦਾ ਭਲਾ ਮੰਗਦਾ ਹੈ 100% ਗਰੰਟੀ ਹੈ ਭਲਾ ਉਹਦੇ ਘਰ ਤੋਂ ਸ਼ੁਰੂ ਹੋਣਾ ਹੈ, ਭਲਾ ਉਹਦੇ ਤੋਂ ਸ਼ੁਰੂ ਹੋਣਾ ਹੈ। ਤੇ ਜੋ ਕਹਿੰਦਾ ਮੇਰਾ ਹੀ ਭਲਾ ਹੋ ਜਾਏ, ਦੂਸਰੇ ਕੋਲੋਂ ਮੈਂ ਕੀ ਲੈਣਾ, ਉਹ ਤਰੇ ਜਾਂ ਮਰੇ, ਨਾ 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 ਨਾ, ਇਹ ਚੀਜ਼ ਆਪਣੇ ਤੇ ਆ ਜਾਂਦੀ ਹੈ। ਇਸ ਸੰਸਾਰ ਦੇ ਵਿੱਚ ਜੋ ਬੰਦਾ ਆਪਣੇ ਲਈ ਜਿਉਂਦਾ ਉਸ ਨੂੰ ਧਰਤੀ ਤੇ ਭਾਰ ਮੰਨਿਆ, ਚਾਹੇ ਉਹ ਆਪਣੇ ਫਰਜ਼ ਨਿਭਾ ਵੀ ਦਿੰਦਾ, ਚਾਹੇ ਉਹ ਆਪਣੇ ਫਰਜ਼ ਨਿਭਾ ਵੀ ਦਿੰਦਾ। ਮੈਂ ਆਪਣੇ ਪਰਿਵਾਰ ਦੇ ਲਈ ਪੈਸੇ ਕਮਾਉਣਾ ਜੀ ਇੱਧਰੋਂ ਉੱਧਰੋਂ, ਮੈਂ ਫਿਰ ਵੀ ਧਰਤੀ ਤੇ ਭਾਰ ਹੋਵਾਂਗਾ ਜੇ ਮੈਂ ਇਸ ਤੋਂ ਉੱਪਰ ਉੱਠ ਕੇ ਮਤਲਬ ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦਿਆ, ਸੋ ਕਿਉਂ ਬਿਸਰਿਆ ਜੇ ਜੀਵਨ ਜੀਆ। ਜਿਸ ਗੁਰੂ ਨੇ, ਜਿਸ ਰੱਬ ਨੇ, ਜਿਸ ਸਮਾਜ ਨੇ ਮੈਨੂੰ ਜਿਉਣ ਦੀ ਭਾਵਨਾ ਤਾਕਤ ਦਿੱਤੀ ਹੈ, ਜੇ ਮੈਂ ਉਸ ਨੂੰ ਭੁੱਲਦਾ, ਜੇ ਮੈਂ ਉਸ ਨੂੰ ਇਗਨੋਰ ਕਰਦਾ। ਦੇਖੋ ਅੱਜ ਇਨਸਾਨ ਕੱਲਾ ਇਨਸਾਨ ਸਫਲ ਹੋ ਸਕਦਾ। ਅਸੀਂ ਇੱਕ ਦੂਜੇ ਤੇ ਡਿਪੈਂਡ ਹਾਂ, ਅਸੀਂ ਲੋਕਡਾਊਨ ਦੇ ਵਿੱਚ ਇੱਕ ਦੂਜੇ ਤੇ ਡਿਪੈਂਡ ਹਾਂ। ਅਸੀਂ ਆਪਣੇ ਪੈਸਿਆਂ ਦੇ ਨਾਲ ਵੀ ਚੀਜ਼ ਨਹੀਂ ਅੱਜ ਕੱਲ੍ਹ ਖਰੀਦ ਪਾਉਂਦੇ। ਇਹਦਾ ਮਤਲਬ ਸਾਨੂੰ ਖਾਣ ਪੀਣ ਦੀਆਂ ਚੀਜ਼ਾਂ, ਪਹਿਨਣ ਵਾਲੀਆਂ ਚੀਜ਼ਾਂ ਜਾਂ ਹੋਰ ਪਤਾ ਨਹੀਂ ਕਿੰਨੀਆਂ ਪ੍ਰਕਾਰ ਦੀਆਂ ਉਹ ਦੂਸਰੇ ਤੋਂ ਪ੍ਰਾਪਤ ਕਰਨੀਆਂ ਪੈਂਦੀਆਂ। ਦੂਸਰੇ ਤੇ ਅਸੀਂ ਨਿਰਭਰ ਹਾਂ, ਜਾਂ ਇੰਝ ਵੀ ਕਹਿੰਦੇ ਹਾਂ ਅਸੀਂ ਸਮਾਜਿਕ ਜੀਵ ਹਾਂ। ਸਾਡਾ ਜੀਵਨ ਇੱਕ ਦੂਜੇ ਤੇ ਡਿਪੈਂਡ ਹੈ, ਇੱਕ ਦੂਜੇ ਤੋਂ ਬਗੈਰ ਸਾਡਾ ਜੀਵਨ ਸੰਭਵ ਹੀ ਨਹੀਂ ਹੈ। ਇਸ ਕਰਕੇ ਤਾਲਮੇਲ, ਇਸ ਕਰਕੇ ਪ੍ਰੇਮ ਦੇ ਨਾਲ, ਇਸ ਕਰਕੇ ਇੱਕ ਦੂਜੇ ਦੇ ਨਾਲ ਤੁਰਨਾ, ਰਲ ਮਿਲ ਕੇ, ਇਹ ਸਾਨੂੰ ਸਾਡੀ ਸਤਿਗੁਰ ਦੀ ਬਾਣੀ ਸਿਖਾਉਂਦੀ ਹੈ। ਇਹ ਨਿਯਮ ਹੈ, ਇਹ ਅਸੂਲ ਹੈ। ਨਾ ਬੰਦਾ ਘਰ ਵਿੱਚ ਇਕੱਲਾ ਚੱਲ ਸਕਦਾ, ਨਾ ਬੰਦਾ ਸਮਾਜ ਵਿੱਚ ਇਕੱਲਾ ਜੀ ਸਕਦਾ, ਤੇ ਨਾ ਇਸ ਧਰਤੀ ਤੋਂ ਜਾਣ ਤੋਂ ਬਾਅਦ ਉੱਥੇ ਵੀ ਰੱਬ ਚਾਹੀਦਾ ਇਹਦੇ ਨਾਲ। ਇਸ ਕਰਕੇ ਇਕੱਲੇ ਦਾ ਜੀਵਨ ਤੇ ਵੈਸੇ ਹੀ ਸੰਭਵ ਨਹੀਂ ਹੈ। ਸੋ ਮਹਾਰਾਜ ਜੀ ਕਹਿੰਦੇ ਯਾਦ ਕਰਿਆ ਕਰ ਪ੍ਰਭ ਕੈ ਸਿਮਰਨ ਕਾਰਜ ਪੂਰੇ, ਤੇਰੇ ਕਾਰਜ ਰਾਸ ਹੋ ਜਾਣਗੇ, ਤੈਨੂੰ ਪਤਾ ਨਹੀਂ ਲੱਗੇਗਾ ਕਿਵੇਂ ਤੇਰੇ ਕਾਰਜ ਰਾਸ ਹੋ ਜਾਣਗੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਥ। ਮੈਨੂੰ ਨਾ ਚਿੰਤਾ ਲੱਗੀ ਰਹਿੰਦੀ ਹੈ ਜਾਂ ਤੁਹਾਨੂੰ ਚਿੰਤਾ ਲੱਗੀ ਰਹਿੰਦੀ ਹੋਏਗੀ, ਆਹ ਮੇਰਾ ਕੰਮ ਕਿੱਦਾਂ ਹੋਏਗਾ, ਆਹ ਕੰਮ ਕਿੱਦਾਂ ਹੋਏਗਾ। ਤੇ ਜਿਹੜਾ ਸਾਰਿਆਂ ਕੰਮਾਂ ਦਾ ਮਾਲਕ, ਕੰਮ ਕਰਾਉਣ ਵਾਲਾ ਕੌਣ ਹੈ? ਕਰਤਾ ਪੁਰਖ। ਪੜਿਆ ਨਾ ਅਸੀਂ ਸਾਰਿਆਂ ਨੇ ਸਵੇਰੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਅਸੀਂ ਕਰਤੇ ਪੁਰਖ ਨੂੰ ਕਹਿ ਦਈਏ ਮਹਾਰਾਜ ਜੀ ਮਿਹਰ ਕਰਨੀ, ਅੰਗ ਸੰਗ ਹੋ ਕੇ ਆਪ ਜੀ ਨੇ ਦਾਸ ਦੇ ਕਾਰਜ ਨੂੰ ਸਵਾਰ ਦੇਣਾ। ਤੇ ਮਹਾਰਾਜ ਜੀ ਇੱਕ ਸਕਿੰਟ ਵੀ ਨਹੀਂ ਲੈਂਦੇ। ਮਹਾਰਾਜ ਜੀ ਕਹਿੰਦੇ ਠੀਕ ਹੈ। ਪੁੱਤਰ ਪਿਤਾ ਨੂੰ ਕਹਿੰਦਾ ਜਾਂ ਪਿਤਾ ਪੁੱਤਰ ਨੂੰ ਪ੍ਰੇਮ ਦੇ ਨਾਲ ਕੋਈ ਗੱਲ ਕਹਿੰਦਾ, ਦੋਨੇ ਇੱਕ ਦੂਜੇ ਦੀ ਬੜੇ ਪ੍ਰੇਮ ਦੇ ਨਾਲ ਮੰਨਦੇ ਨੇ। ਕਿਉਂ? ਪ੍ਰੇਮ ਕਰਕੇ ਇੱਕ ਦੂਜੇ ਦੀ ਗੱਲ ਹਾਂ ਦੇ ਵਿੱਚ ਉਹ ਮੰਨਦੇ ਨੇ। ਤੇ ਜਦੋਂ ਗੁਰੂ ਦੇ ਕੋਲ ਅਸੀਂ ਸੱਚਮੁੱਚ ਅੰਦਰੋਂ ਝੁੱਕ ਕੇ ਪ੍ਰੇਮ ਦੇ ਨਾਲ ਕਹਿ ਦਈਏ ਸੱਚੇ ਪਾਤਸ਼ਾਹ ਜੀ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ, ਆਹ ਮੈਨੂੰ ਪਰੇਸ਼ਾਨੀ, ਆਹ ਮੇਰੇ ਤੇ ਮਿਹਰ ਕਰ ਦਿਓ, ਮੇਰਾ ਆਹ ਕਾਰਜ ਰਾਸ ਕਰ ਦਿਓ। ਮਹਾਰਾਜ ਜੀ ਮੈਂ ਹੋਰ ਥਾਉ ਨਹੀਂ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਬੜੀ ਭਾਵਨਾ ਦੇ ਨਾਲ ਅਰਦਾਸ ਕੀਤੀ ਜਾਏ। ਮਹਾਰਾਜ ਜੀ ਪਤਾ ਨਹੀਂ ਕਿੱਥੋਂ
विधि बना दिंदा है, विध बना दिंदा है, पता नहीं कित्थों की कुछ भेज दिंदा है, बंदा सोच ही नहीं सकता, सोच ही नहीं सकता। जिहड़ा बंदा कहंदा ना भी ये किवें होएगा, ये की बनेगा, आ चीज़ किद्दां होएगी, वो महाराज जी कहंदे तू छड्ड दे, मेरे ते छड्ड दे ना, तू मेरे ते छड्ड दे। जद तू मैनू अपना मालक, मैनू अपना पिता, पति सब कुछ तू मनदा, फिर मेरी ड्यूटी है नानक चिंता मत करहो, चिंता तिसही है जल में जंती उपायन, तिना पी रोजी दे, ओ तेनू रखेगा, ओ तेनू पालेगा। इस करके निश्चिंत हो जा, खुशियां ले जा अपने गुरु दे दर तो। सो प्रभ कै सिमरन कारज पूरे, प्रभ कै सिमरन कब होना झूरे। झूरना, झूर दा मतलब पछतावा भी हुंदा, किसी चीज़ नूं महसूस करना भी हुंदा। सो महाराज जी कहंदे जो परमात्मा दे नाल जुड़दा है, रब नूं याद करदा है ना, उसनूं जिंदगी बीत जाण तो बाद कदी पछतावा नहीं हुंदा। पछतावा उसनूं हुंदा है जो हार जांदा है, पछतावा उसनूं हुंदा है जी जो हार जांदा है। पछतावा उसनूं हुंदा है जिन्हों हानि हुंदी है, लॉस हुंदा है। जिहड़ा जितदा पिया, जिहड़ा प्रोग्रेस करदा पिया, जो वधदा पिया, वो क्यों पछताएगा जी? जिसने खेती की है, जिसने कणक बीजी सी, उन्होंने हुण काहदा पछतावा? उन्हें मंडियां दे विच कणक सुट के आड़तियां कोलों पैसे ले ले, मुड़ के उन्हें खाद भी ले लेनी है, फिर अगली फसल वास्ते तैयारी कर लेनी है। जिसने बीजिया ही नहीं, उन्हें तो फिर पछतावा करना ही करना है, उसनूं पछतावा होना ही होना। क्यों? ਉਹਦੇ घर ਦੇ ਭੜੋਲੇ ਦੇ ਵਿੱਚ ਦਾਣੇ नहीं पैने, ਆੜਤੀਆਂ ਕੋਲ पैसे नहीं लैन जा सकता, मंडी किदां सुटेगा फसल नूं जद बीजी ही नहीं। इस करके महाराज जी कहंदे पछतावा ਉਹਨੂੰ हुंदा है जो जिंदगी दे विच तरक्की नहीं करते, उद्यम नहीं करते, मेहनत नहीं करते, कर्म नहीं करते, सच ईमानदारी दे नाल चलदे नहीं, वो पछताउंदे, वो पछताउंदे ने। जो नेक नीयत दे नाल, जो सच दे नाल, जो भावना दे नाल, जो विचार दे नाल, जो हार्ड वर्क करदा है, ते रब भी उस ते खुश हुंदा है। रब उन्हां दी, असीं पढ़दे हुंदे सी ना सारे, रब उन्हां दी मदद करदा है जिहड़े अपनी मदद आप करदे ने, जिहड़े खुद उद्यम करदे ने, रब उन्हां दियां झोलियां भर दिंदा है। सो गुरु महाराज जी कहंदे परमात्मा नूं याद करिया कर, परमात्मा नूं भै दे विच भै रखिया कर परमात्मा दा, ते फिर की होएगा? प्रभ कै सिमरन कबहू ना झूरै। फिर जिंदगी दे विच कदी भी तू औखा नहीं, ईरखा विच नहीं, पछतावे दे विच नहीं आएगा, खुश रहेगा, प्रसन्न होएगा। प्रभ कै सिमरन हर गुण बानी, मेरी मुख दे विचों हमेशा सच ही निकले, मेरे मुख दे विचों हमेशा चंगी गल ही निकले। मीठे हर गुण गाओ, जिंदू तो मीठे हर गुण गाओ। जो परमात्मा नूं याद करदा है, जां वाहिगुरु वाहिगुरु अल्लाह राम कहंदा है, महाराज जी कहंदे उस दी जीव नूं वाहिगुरु कहण दी आदत पै जांदी है। जे कोई झूठ बोले, उन्हों झूठ बोलण दी आदत पै जाती है। जे कोई किसी नाल ठगी फरेबी करे, उन्हों ठगी फरेबी करन तो बगैर नींद नहीं आती, उन्होंने आदत पै जाती है। जिन्हों निंदिया चुगली दी आदत पै जाए, उस तो बगैर रह नहीं सकता। सो महाराज जी कहते जिस दी जीव, जिस दी रसना वाहिगुरु वाहिगुरु कर दी है, उन्होंने भी एक जिमें अमली नूं नशा लगता है ना, अमली अमल ना अंबड़े मच्छी नीर ना हो। जिमें मच्छी पानी तो बगैर नहीं ना रहिंदी, निंदक निंदिया तो बगैर नहीं ना रहिंदा, ते जिहड़ा रब दा प्यारा है, जिहड़ा सच दा
ਆਸ਼ਿਕ ਹੈ ਉਹ ਸੱਚ ਸੁਣਨ ਤੋਂ ਜਾਂ ਰੱਬ ਦੀ ਸਿਫਤ ਸਲਾਹ ਕਰਨ ਤੋਂ ਬਗੈਰ ਰਹਿ ਨਹੀਂ ਸਕਦਾ। ਸੱਚ ਹੈ, ਇਹ ਸੱਚੀ ਗੱਲ ਹੈ। ਜੋ ਪ੍ਰੈਕਟੀਕਲ ਕਰਦੇ ਨੇ ਉਹਨਾਂ ਨੂੰ ਵੱਧ ਪਤਾ ਹੈ, ਉਹਨਾਂ ਨੂੰ ਸਹੀ ਪਤਾ ਹੈ ਵੀ ਵਾਕਈ ਜੋ ਜਾਂ ਡੇਲੀ ਰੂਟੀਨ ਦੇ ਵਿੱਚ ਜੋ ਕੰਮ ਕਰਦੇ ਨੇ, ਮੈਂ ਚੰਗੇ ਕੰਮਾਂ ਦੀ ਗੱਲ ਕਰਾਂਗਾ, ਜੋ ਅੱਛੇ ਕੰਮ ਡੇਲੀ ਰੂਟੀਨ ਦੇ ਵਿੱਚ ਕਰਦੇ ਨੇ, ਜੇ ਉਹਨਾਂ ਦਾ ਕੋਈ ਨਾਗਾ ਪੈਂਦਾ ਜਾਂ ਕੋਈ ਕੰਮ ਮਿਸ ਹੁੰਦਾ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ, ਬਹੁਤ ਪਛਤਾਵਾ ਹੁੰਦਾ ਹੈ। ਸੋ ਮਹਾਰਾਜ ਜੀ ਕਹਿੰਦੇ ਇਸ ਕਰਕੇ ਜੋ ਪ੍ਰਭੂ ਦਾ ਸਿਮਰਨ ਕਰਦਾ ਆਪਣੇ ਚਿੱਤ ਦੇ ਵਿੱਚ ਵਸਾਉਂਦਾ ਹੈ, ਆਪਣੇ ਦਿਲ ਦਿਮਾਗ ਵਿੱਚ ਰੱਬ ਨੂੰ ਰੱਖਦਾ ਹੈ, ਆਪਣੀ ਰਚਨਾ ਦੁਆਰਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਉਸ ਨੂੰ ਰੱਬ ਦੀ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਉਸ ਨੂੰ ਪ੍ਰਭੂ ਦੀ ਸਿਫਤ ਸਲਾਹ ਦੀ ਇੱਕ ਬਹੁਤ ਪਿਆਰੀ ਚੰਗੀ ਆਦਤ ਪੈ ਜਾਂਦੀ ਹੈ। ਚੰਗੀ ਆਦਤ ਜਿਵੇਂ ਅਸੀਂ ਰੋਜ਼ ਬਹਿੰਦੇ ਹਾਂ, ਸਿੱਧੀ ਉਦਾਹਰਨ ਹੈ, ਸਿੰਪਲ ਜੀ। ਰੋਜ਼ ਅਸੀਂ ਕਥਾ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਪੰਜ ਬਾਣੀਆਂ ਵੀ ਜਾਂ ਸੁਖਮਨੀ ਸਾਹਿਬ ਦੀਆਂ ਕੁਝ ਅਸ਼ਟਪਦੀਆਂ ਉਹ ਵੀ ਅਸੀਂ ਪੜ੍ਹਦੇ ਸੁਣਦੇ ਹਾਂ। ਸਾਡੀ ਇੱਕ ਰੂਟੀਨ ਬਣ ਜਾਂਦੀ, ਉਹ ਤੋਂ ਬਗੈਰ ਸਾਨੂੰ ਕੁਝ ਚੰਗਾ ਨਹੀਂ ਲੱਗਦਾ। ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮਾਰਨਿੰਗ ਵਾਕ ਕਰਦਾ ਹੈ, ਜੇ ਉਹ ਨਾ ਕਰੇ ਤੇ ਉਹਨੂੰ ਇੱਦਾਂ ਲੱਗਦਾ ਵੀ ਅੱਜ ਮੇਰਾ ਸਰੀਰ ਬਹੁਤ ਭਾਰਾ ਹੈ। ਤੇ ਜਿਸ ਨੇ ਕਦੀ ਮਾਰਨਿੰਗ ਵਾਕ ਕੀਤੀ ਨਹੀਂ, ਐਕਸਰਸਾਈਜ਼ ਕਦੀ ਕੀਤੀ ਨਹੀਂ, ਯੋਗਾ ਕਦੀ ਕੀਤਾ ਹੀ ਨਹੀਂ, ਤੇ ਉਹਨੂੰ ਤੇ ਕੋਈ ਫਰਕ ਹੀ ਨਹੀਂ ਪੈਂਦਾ। ਜੋ ਡੇਲੀ ਰੂਟੀਨ ਵਿੱਚ ਕਰਦਾ ਹੈ ਕੋਈ ਚੀਜ਼, ਜੇ ਉਸ ਨੂੰ ਮਿਸ ਕਰਦਾ ਹੈ ਉਸ ਨੂੰ ਫਰਕ ਪੈਂਦਾ ਹੈ। ਇਹ ਚਾਹੇ ਰੱਬ ਦੀ ਬੰਦਗੀ ਹੈ, ਚਾਹੇ ਦੁਨੀਆ ਦੇ ਕੋਈ ਨਿਤ ਕਰਮ ਹਨ। ਇਸ ਕਰਕੇ ਜੇ ਕੋਈ ਮਿਸ ਕਰਦਾ ਤੇ ਉਸ ਨੂੰ ਮਹਿਸੂਸ ਹੁੰਦਾ, ਜੇ ਕੋਈ ਲਗਾਤਾਰ ਕਰਦਾ ਉਸ ਨੂੰ ਲਗਾਤਾਰ ਆਦਤ ਪੈ ਜਾਂਦੀ ਹੈ। ਭਾਵੇਂ ਉਸ ਦਾ ਸਰੀਰ ਵੀ ਪੂਰਾ ਠੀਕ ਨਾ ਹੋਵੇ, ਜਿਹੜਾ ਕੰਮ ਤੇ ਜੌਬ ਤੇ ਜਾਂਦਾ ਉਹ ਕਈ ਵਾਰ ਸਿਰ ਦੁਖਦੇ ਹੀ ਗੱਡੀ ਸਟਾਰਟ ਕਰ ਲੈਂਦਾ। ਕਈ ਵਾਰ ਉਸ ਦਾ ਸਰੀਰ ਪੂਰਾ ਠੀਕ ਵੀ ਨਹੀਂ ਹੁੰਦਾ, ਉਹ ਬੀਬੀਆਂ ਨੂੰ ਆਦਤ ਪਈ ਹੁੰਦੀ ਹੈ ਰੋਟੀ ਪਾਣੀ ਘਰ ਦੇ ਕੰਮ ਕਰਨ ਦੀ, ਉਹ ਵਿਚਾਰੀਆਂ ਕਰੀ ਜਾਂਦੀਆਂ ਨੇ, ਪ੍ਰਸ਼ਾਦਾ ਵੀ ਬਣਾ ਕੇ ਦਿੰਦੀਆਂ ਨੇ, ਓਕੇ ਸਿਰ ਦੇ ਉੱਪਰ ਪੱਟੀ ਬੰਨ੍ਹ ਕੇ ਠਾਠੀ ਬਣ ਕੇ ਨਾ ਉਹ ਲੱਗੀਆਂ ਰਹਿੰਦੀਆਂ ਨੇ ਵੀ ਕੰਮ ਤੇ ਕਰਨਾ ਹੀ, ਕਿਉਂਕਿ ਉਸ ਕੰਮ ਦੀ ਇੱਕ ਨਾ ਆਦਤ ਬਣ ਜਾਂਦੀ ਹੈ, ਰੂਟੀਨ ਜੋ ਹੈ। ਸੋ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਤੂੰ ਕੁਝ ਚਿਰ ਬੈਠੇਗਾ, ਕੁਝ ਚਿਰ ਰੱਬ ਦੀ ਸਿਫਤ ਸੁਣੇਗਾ, ਤੇਰੇ ਮਨ ਨੂੰ ਵੀ ਇੱਕ ਆਦਤ ਬਣ ਜਾਏਗੀ, ਚੰਗੀ ਆਦਤ ਹੈ ਇਹ, ਤੇ ਤੇਰਾ ਮਨ ਵੀ ਫਿਰ ਉਹ ਨਾ ਲੱਗੇਗਾ ਨਹੀਂ ਵੀ ਅੱਜ ਮੈਂ ਕੁਝ ਸੁਣਿਆ ਨਹੀਂ, ਅੱਜ ਮਹਾਰਾਜ ਜੀ ਨੂੰ ਮੈਂ ਤੱਕਿਆ ਨਹੀਂ, ਮੈਂ ਕਿਵੇਂ ਅੱਜ ਮੇਰਾ ਦਿਨ ਚੰਗਾ ਲੰਘੇਗਾ, ਅੱਜ ਮੈਂ ਕੁਝ ਸੁਣਿਆ ਹੀ ਨਹੀਂ। ਸਾਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ। ਸੱਚੀ ਗੱਲ ਹੈ, ਜਿਸ ਦਿਨ ਅਬਲ ਤੇ ਕੋਈ ਨਾਗਾ, ਸ਼ੁਕਰ ਹੈ ਸੱਚੇ ਪਾਤਸ਼ਾਹ ਨਾਗਾ ਪੈਣ ਹੀ ਨਹੀਂ ਦਿੰਦੇ ਮਹਾਰਾਜ, ਤੇ ਜੇ ਕਿਧਰੇ ਪੈ ਜਾਏ ਤੇ ਸੱਚਮੁੱਚ ਭਾਰ ਬਣ ਜਾਂਦਾ, ਬੋਝ ਪੈ ਜਾਂਦਾ ਵੀ ਜਿਵੇਂ ਮਹਾਰਾਜ ਜੀ ਤੋਂ ਦੂਰ ਚਲੇ ਗਏ ਆ, ਬਹੁਤ ਦੂਰ। ਤੇ ਜਦੋਂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਉੱਠੀਦਾ, ਉਹਨਾਂ ਦੀ ਸਿਫਤ ਸਲਾਹ ਦੀਆਂ, ਕੋਈ ਬੋਝ ਨਹੀਂ। ਜਿਵੇਂ ਪਹਿਲੀ ਪੰਕਤੀ ਪੜ੍ਹੀ ਸੀ, ਕੋਈ ਝੂਰਨਾ ਨਹੀਂ, ਕੋਈ ਪਛਤਾਵਾ ਨਹੀਂ, ਕੋਈ ਕਿਸੇ ਕਿਸਮ ਦੀ ਮਨ ਦੀ ਕਮਜ਼ੋਰੀ ਨਹੀਂ। ਮਨ ਕਮਜ਼ੋਰ ਹੁੰਦਾ ਹੀ ਨਹੀਂ। ਮਨ ਕਮਜ਼ੋਰ ਕਿੱਦਾਂ ਹੋਵੇ? ਜਿੱਥੇ ਬਾਬੇ ਦੀ ਬਾਣੀ ਆਉਂਦੀ ਹੋਵੇ, ਜਿੱਥੇ ਸੱਚੇ ਪਾਤਸ਼ਾਹ ਦੀ ਮਿਹਰ ਸ਼ਬਦ ਰਾਹੀਂ ਆਉਂਦੀ ਹੋਵੇ, ਉੱਥੇ ਮਨ ਕਮਜ਼ੋਰ ਜਿਹੜਾ ਨਾ ਉਹ ਪੱਕਾ ਹੁੰਦਾ। ਜਿਨ੍ਹਾਂ ਦੇ ਕਮਜ਼ੋਰ ਮਨ ਹੈ ਭਾਈ, ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਸਰਵਣ ਕਰਨ ਦੇ ਨਾਲ ਪੱਕੇ ਹੁੰਦੇ ਨੇ। ਜਿਹੜੇ ਕੱਚੇ ਨੇ ਉਹ ਪੱਕੇ ਹੁੰਦੇ ਹਨ। ਗੁਰੂ ਉਹਨਾਂ ਨੂੰ ਪੱਕਾ ਕਰਦਾ, ਗੁਰੂ ਉਹਨਾਂ ਨੂੰ ਗੁਣਵਾਨ ਕਰਦਾ, ਕੱਚਿਆਂ ਨੂੰ ਉਹ ਪੱਕੇ ਕਰ ਦਿੰਦਾ। ਘੁਮਿਆਰ ਮਿੱਟੀ ਤੋਂ ਘੜਾ ਬਣਾਉਂਦਾ ਹੈ, ਉਹਨੂੰ ਕਹਿੰਦਾ ਕਰਦਾ ਕਿ ਨਹੀਂ ਪੱਕਾ। ਫਿਰ ਪੱਕੇ ਘੜਿਆਂ ਦੇ ਵਿੱਚ ਪਾਣੀ ਰੱਖੀਦਾ, ਚਾਟੀਆਂ ਦੇ ਵਿੱਚ ਮਧਾਣੀਆਂ ਫੇਰੀਦੀਆਂ, ਤੌੜੀ ਦੇ ਵਿੱਚ। ਚਲੋ ਹੁਣ ਤੇ ਖਤਮ ਹੋ ਗਿਆ, ਕੰਮ ਘਟ ਗਿਆ। ਦਾਲ ਸਬਜ਼ੀਆਂ ਭਾਜੀਆਂ ਬਣਾਈ ਦੀਆਂ ਹੁੰਦੀਆਂ ਸੀ, ਮਤਲਬ ਉਸ ਭਾਂਡੇ ਨੂੰ ਪੱਕਾ ਕਰਨਾ ਪਿਆ। ਤੇ ਜਦੋਂ ਗੁਰੂ ਦੀ ਗੋਦ ਵਿੱਚ ਅਸੀਂ ਬਹਿੰਦੇ ਹਾਂ, ਕਥਾ ਕੀਰਤਨ ਸਰਵਣ ਕਰਦੇ ਹਾਂ, ਸਾਡਾ ਮਨ ਇੰਨਾ ਪੱਕਾ ਹੋ ਜਾਂਦਾ, ਨਿੱਕੀ ਮੋਟੀ ਚਿੰਤਾ ਪਰੇਸ਼ਾਨੀ ਤੇ ਮਨ ਉਹ ਵਗਾ ਕੇ ਮਾਰਦਾ। ਜਿਹਦਾ ਮਨ ਨਹੀਂ ਪੱਕਾ, ਜਿਹਦਾ ਮਨ ਕੱਚਾ, ਉਹ ਨਿੱਕੀ ਜੀ ਗੱਲ ਨੂੰ ਵੀ ਮਨ ਤੇ ਲਾ ਕੇ ਤੇ ਰੋਈ ਜਾਂਦਾ, ਉਹ ਪਰੇਸ਼ਾਨ ਹੋ ਜਾਂਦਾ। ਹਾਏ ਆਹ ਗੱਲ ਮੈਨੂੰ ਕਹਿ ਦਿੱਤੀ, ਹਾਏ ਆ ਹੁਣ ਕੀ ਬਣੇਗਾ। ਨਿੱਕੀ ਜੀ ਗੱਲ ਦਾ ਉਹਦੇ ਮਨ ਤੇ ਬਹੁਤ ਜ਼ਿਆਦਾ ਅਸਰ ਹੁੰਦਾ, ਪਰੇਸ਼ਾਨੀ ਹੁੰਦੀ ਹੈ। ਲੋਕ ਡਿਪਰੈਸ਼ਨ ਦੇ ਵਿੱਚ ਕਿਉਂ ਜਾਂਦੇ ਨੇ? ਪਤਾ ਕੌਣ ਕਿਹੜੇ ਜਾਂਦੇ ਨੇ?
ਜਿਹੜੇ ਮਾਨਸਿਕ ਰੋਗੀ ਜਿਹੜੇ ਹੁੰਦੇ ਆ ਨਾ, ਜਿਹੜੇ ਮੈਂਟਲ ਹਸਪੀਟਲ ਜਾਂਦੇ ਨੇ, ਉਹਨਾਂ ਦੇ ਮਨ ਹੁੰਦੇ ਨੇ ਕੱਚੇ। ਉਹ ਨਿੱਕੀ ਜੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਹ ਘਰ ਦੇ ਝਗੜਿਆਂ ਕਲੇਸ਼ਾਂ ਦੇ ਵਿੱਚ ਕਈ ਵਾਰ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ, ਕਈ ਬਹੁਤ ਪੜ੍ਹਾਈ ਕਰਦੇ ਹੋਏ ਵੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਦਾ ਮਨ ਕੱਚਾ ਰਹਿ ਗਿਆ। ਕਿਉਂ ਕੱਚਾ ਰਿਹਾ? ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਵੀ ਤੂੰ ਗੁਰੂ ਦੇ ਕੋਲ ਭਾਈ ਜਾਣਾ ਸੀ, ਤੂੰ ਗੁਰੂ ਦੀ ਗੱਲ ਸੁਣਨੀ ਸੀ। ਗੁਰੂ ਦੀ ਗੱਲ ਸੁਣਨ ਵਾਲਿਆਂ ਦਾ ਮਨ ਸਾਧ ਸੰਗਤ ਜੀ ਬਹੁਤ ਪੱਕਾ ਹੁੰਦਾ, ਬਹੁਤ ਪੱਕਾ, ਬਹੁਤ ਜ਼ਿਆਦਾ ਪੱਕਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਦੁੱਖ, ਉਹਨੂੰ ਕੋਈ ਚਿੰਤਾ ਜਿਹੜੀ ਹੈ ਘੇਰਦੇ ਨਹੀਂ, ਕਿਉਂਕਿ ਮਹਾਰਾਜ ਜੀ ਨੇ ਮਨ ਹੀ ਪੱਕਾ ਕਰ ਦਿੱਤਾ ਹੁੰਦਾ, ਉਹਦੇ ਤੇ ਅਸਰ ਹੀ ਨਹੀਂ ਹੁੰਦਾ। ਜਿਵੇਂ ਅਸੀਂ ਕਹਿੰਦੇ ਨੇ ਮੇਰਾ ਤੇ ਮਨ ਹੁਣ ਪੱਕਾ ਹੋ ਚੁੱਕਾ, ਮੇਰੇ ਤੇ ਨਹੀਂ ਕੋਈ ਅਸਰ। ਇਹਦਾ ਮਤਲਬ ਜੇ ਸਤਿਗੁਰੂ ਜੀ ਦੀ ਬਾਣੀ ਦੁਆਰਾ ਪੱਕਾ ਹੋਇਆ ਹੋਵੇ ਤੇ ਫਿਰ ਜਿਹੜੇ ਦੁੱਖ ਕਲੇਸ਼ ਚਿੰਤਾਵਾਂ ਸਾਨੂੰ ਲੱਗਦੀਆਂ ਨੇ, ਉਹਦਾ ਅਸਰ ਵੀ ਮਨ ਤੇ ਸੱਚੀ ਬਿਲਕੁਲ ਨਹੀਂ ਹੋਏਗਾ, ਕਿਉਂਕਿ ਮਨ ਗੁਰੂ ਦੀ ਉਸ ਭੱਠੀ ਦੇ ਵਿੱਚ ਪੈ ਚੁੱਕਾ, ਜਿੱਥੋਂ ਗੁਰਮੁਖ ਬਣ ਕੇ, ਜਿੱਥੋਂ ਰਤਨ ਹੀਰੇ ਨਗੀਨੇ ਬਣ ਕੇ ਨਿਕਲਦੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਕਿਰਪਾ ਹੈ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਆਦਤ ਪੈ ਜਾਂਦੀ ਹੈ ਉਹਨਾਂ ਨੂੰ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਸਹਿਜ, ਸਹਿਜ ਬਾਰੇ ਬਹੁਤ ਦਿਨ ਪਹਿਲਾਂ ਆਪ ਜੀ ਨੇ ਸਰਵਣ ਕੀਤਾ। ਉਹਨੂੰ ਸਹਿਜ ਦੀ ਅਵਸਥਾ ਮਿਲ ਜਾਂਦੀ ਹੈ। ਸਹਿਜ ਦਾ ਮਤਲਬ ਕੀ ਹੁੰਦਾ? ਸੌਖੀ ਮੈਂ ਉਦਾਹਰਨ ਦੇ ਦਿੰਨਾ, ਸਮਝ ਲੱਗ ਜਾਏਗੀ। ਬੱਚੇ, ਬੇਟੇ, ਧੀਏ, ਸਹਿਜੇ ਸਹਿਜੇ, ਹੌਲੀ ਹੌਲੀ, ਬੜੇ ਧਿਆਨ ਦੇ ਨਾਲ, ਇਹ ਚੀਜ਼ ਟੁੱਟ ਨਾ ਜਾਏ। ਸਹਿਜੇ ਸਹਿਜੇ, ਹੌਲੇ ਹੌਲੇ, ਮਤਲਬ ਧਿਆਨ ਦੇ ਨਾਲ, ਸਹਿਜੇ ਸਹਿਜੇ, ਕੋਈ ਨੁਕਸਾਨ ਨਹੀਂ ਹੁੰਦਾ। ਕਾਹਲੀ ਦੇ ਨਾਲ ਗੱਡੀ ਕੋਈ ਚਲਾਉਂਦਾ ਤੇ ਜਿਹੜਾ ਪੈਦਲ ਵਿਚਾਰਾ ਰਸਤੇ 'ਚ ਜਾਂਦਾ ਹੁੰਦਾ, ਉਹਨੂੰ ਚੰਗੇ ਭਲੇ ਨੂੰ ਲੈ ਬੈਠਦਾ। ਇਸ ਕਰਕੇ ਜਿਹੜਾ ਸਹਿਜ ਵਿੱਚ ਚੱਲਦਾ, ਜਿਹੜਾ ਸਹਿਜ ਵਿੱਚ ਰਹਿੰਦਾ ਜ਼ਿੰਦਗੀ ਵਿੱਚ, ਚਾਹੇ ਉਸ ਦਾ ਘਰ ਹੋਵੇ, ਚਾਹੇ ਸਮਾਜ ਹੋਵੇ, ਚਾਹੇ ਰੋਡ ਹੋਵੇ, ਸੜਕ ਹੋਵੇ, ਜਿਹੜਾ ਸਹਿਜੇ ਸਹਿਜੇ ਚੱਲੇਗਾ ਨਾ, ਮਹਾਰਾਜ ਜੀ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਟਿਕਾ ਆ ਜਾਏਗਾ। ਗੁਰਮਤਿ ਨੂੰ ਕਹਿੰਦੇ ਨੇ ਸਹਿਜ ਦਾ ਮਾਰਗ। ਜਿਵੇਂ ਤੁਸੀਂ ਉਦਾਹਰਨ ਬਾਣੀ ਰਾਹੀਂ ਸਰਵਣ ਕੀਤੀ ਹੈ ਪਹਿਲਾਂ ਵੀ, ਭਗਤ ਕਬੀਰ ਜੀ, ਭਗਤ ਕਬੀਰ ਜੀ ਦੀ ਬਾਣੀ ਦੀ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਹੌਲੀ ਹੌਲੀ, ਜਿਵੇਂ ਡਰਾਈਵਰਾਂ ਦੀ ਗੱਲ ਮੈਂ ਕਰਦਾ, ਜਿਵੇਂ ਡਰਾਈਵਿੰਗ ਕਰਦੇ ਆ ਨਾ ਕੋਈ, ਪਹਿਲਾਂ ਚੌਥਾ ਗੇਅਰ ਪੈਂਦਾ ਕਿਸੇ ਦਾ, ਗੱਡੀ ਲੋਡ ਕੀਤੀ ਹੋਵੇ, ਸਹਿਜ ਦੇ ਨਾਲ ਹੀ ਹੈ ਨਾ, ਪਹਿਲਾ ਪੈਂਦਾ ਜੀ। ਉਹ ਗੱਡੀ ਨੂੰ ਧੱਕਦੇ ਆ, ਗੇਅਰ ਪੈਂਦਾ, ਮਸ਼ੀਨਰੀ ਤੋੜ ਦਿੰਦੀ ਹੈ ਹੌਲੀ ਹੌਲੀ। ਪਹਿਲੇ ਗੇਅਰ 'ਚ ਕੋਈ ਕਹੇ ਮੈਂ ਹੁਣ ਪਠਾਨਕੋਟ ਤੋਂ ਇੱਧਰ ਚੱਲ ਜਾਵਾਂ ਦਿੱਲੀ ਵੱਲ, ਤੇ ਬੜਾ ਮੁਸ਼ਕਲ, ਉਹਨੂੰ ਦੂਜਾ ਤੀਜਾ ਚੌਥਾ ਗੇਅਰ ਲਾਉਣਾ ਪਏਗਾ। ਪਰ ਉਹ ਹੌਲੀ ਹੌਲੀ, ਹੌਲੀ ਹੌਲੀ ਬੈਲੈਂਸ ਬਣਾ ਕੇ, ਸਹਿਜ ਦੇ ਵਿੱਚ, ਕਾਹਲੀ ਦੇ ਵਿੱਚ ਨਹੀਂ। ਨਹੀਂ ਤੇ ਕਲੱਚ ਪਲੇਟਾਂ ਖਤਮ, ਟੁੱਟ ਜਾਂਦੀਆਂ ਨੇ। ਇਸ ਕਰਕੇ ਜ਼ਿੰਦਗੀ ਦੇ ਵਿੱਚ ਸਹਿਜ ਦੇ ਨਾਲ ਚੱਲਣਾ, ਐਵੇਂ ਨਹੀਂ ਦੌੜੀ ਜਾਣਾ, ਭੱਜੇ ਜਾਣਾ। ਜਿਨ੍ਹਾਂ ਨੇ ਦੌੜ ਲਾਈ, ਜਿਹੜੇ ਭੱਜੇ, ਉਹਨਾਂ ਨੂੰ ਕੀ ਮਿਲ ਗਿਆ ਜੀ ਜਿਹੜਾ ਤੈਨੂੰ ਮਿਲ ਜਾਣਾ? ਜਿਸ ਨੇ ਦੌੜ ਲਾ ਕੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਕਰ ਲਿਆ, ਇੱਕ ਦਿਨ ਉਹਦੇ ਘਰ ਜਾ ਕੇ ਉਹਨੂੰ ਪੁੱਛਿਆ ਹੀ, ਭਾਈ ਸੱਚਮੁੱਚ ਸਾਧ ਸੰਗਤ ਜੇ ਸਮਝ ਨਹੀਂ ਨਾ ਲੱਗਦੀ ਗੁਰਬਾਣੀ ਦੀ, ਕੋਈ ਇੱਦਾਂ ਦਾ ਬਜ਼ੁਰਗ ਜਿਹਨੇ ਬੜੀ ਮਿਹਨਤ ਕੀਤੀ ਹੋਵੇ, ਜਾਂ ਕੋਈ ਇੱਦਾਂ ਦਾ ਆਫਿਸਰ ਬੰਦਾ ਜਿਸ ਨੇ ਸਾਰੀ ਦੁਨੀਆ ਦੇਖੀ ਹੋਵੇ, ਉਹ ਘਰ ਬੈਠਾ ਹੋਵੇ ਬਜ਼ੁਰਗੀ ਦੀ ਅਵਸਥਾ ਵਿੱਚ, ਉਹਨੂੰ ਜਾ ਕੇ ਪੁੱਛੀ ਵੀ ਤੂੰ ਸਾਰੀ ਜ਼ਿੰਦਗੀ ਬਹੁਤ ਭੱਜਿਆ ਆਪਣੇ ਲਈ ਤੇ ਆਪਣਿਆਂ ਲਈ, ਤੂੰ ਮੈਨੂੰ ਜ਼ਿੰਦਗੀ ਦਾ ਤਜਰਬਾ ਦੱਸ। ਉਹ ਹੱਥ ਹੀ ਜੋੜ ਦੇਗਾ, ਉਹ ਭਲਿਆ ਸੰਭਲ ਜਾ, ਮੈਂ ਦੇਖ ਲਈ ਜ਼ਿੰਦਗੀ, ਕੁਝ ਵੀ ਨਹੀਂ, ਮੇਰੀ ਭੱਜ ਦੌੜ ਦਾ ਕੋਈ ਸਿਲਾ ਜਿਹੜਾ ਨਾ ਅੱਛਾ ਨਹੀਂ ਮਿਲਿਆ। ਇਹ ਬਾਣੀ ਵਿੱਚ ਲਿਖਿਆ ਹੈ। ਮਹਾਰਾਜ ਜੀ ਕਹਿੰਦੇ ਤੂੰ ਜਿੰਨੀ ਮਰਜ਼ੀ ਭੱਜ ਦੌੜ ਕਰ ਲੈ, ਜਿਸ ਦੇ ਲਈ ਤੂੰ ਕਰਦਾ ਹੈ ਨਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰ ਆਪਹਿ ਆਨ ਲਿਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰਾ ਜੀ ਪੈ ਲੀਜੈ। ਮੈਨੂੰ ਇੱਕ ਵਾਰ
ਬਾਹਰ ਗਰੇਵਾਲ ਸਾਹਿਬ ਦੀ ਗੱਲ ਯਾਦ ਆ ਗਈ, ਕੈਨੇਡਾ ਤੋਂ ਸਰਵਣ ਕਰ ਰਹੇ ਨੇ ਬਾਹਰ ਵੀ। ਉਹਨਾਂ ਨੇ ਇੱਕ ਮੈਨੂੰ ਬੜੀ ਗੱਲ ਸਿਆਣੀ ਦੱਸੀ। ਕਹਿੰਦੇ ਬਾਬਾ ਜੀ ਅਸੀਂ ਬਾਹਰਲੇ ਮੁਲਕ ਇੰਨਾ ਜੋੜਦੇ ਨਹੀਂ, ਇੰਡੀਆ ਦੇ ਵਿੱਚ ਤੇ ਬਹੁਤ ਜੋੜਦੇ ਨੇ। ਕਹਿੰਦੇ ਵੈਸੇ ਇੱਕ ਤਜਰਬਾ ਹੈ ਬਾਹਰਲੇ ਲੋਕਾਂ ਦਾ, ਬਾਹਰਲੇ ਕੰਟਰੀਆਂ ਦਾ, ਕੀ ਕਰਨਾ ਜੋੜ ਕੇ। ਜੇ ਅਸੀਂ ਪ੍ਰੋਪਰ ਟੈਕਸ ਦਿੰਦੇ ਹਾਂ, ਹਰ ਚੀਜ਼ ਦਿੰਦੇ ਹਾਂ, ਸਾਨੂੰ ਹਰ ਇੱਕ ਸਹੂਲਤ ਤੇ ਸਾਰੀ ਜ਼ਿੰਦਗੀ ਦੀ ਮਿਲ ਜਾਂਦੀ ਹੈ, ਮੈਡੀਕਲ ਮਿਲ ਜਾਂਦਾ ਹੈ, ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮਿਲ ਜਾਂਦੀ, ਅਸੀਂ ਕਾਹਦੇ ਵਾਸਤੇ ਜੋੜਨਾ। ਅਸੀਂ ਇੰਡੀਅਨ ਲੋਕ ਬਹੁਤ ਜੋੜਦੇ ਹਾਂ। ਉਹਨੇ ਬੜੀ ਵਧੀਆ ਗੱਲ ਦੱਸੀ। ਕਹਿੰਦੇ ਦੇਖੋ ਅਸੀਂ ਕਿਹਦੇ ਲਈ ਜੋੜਦੇ ਹਾਂ, ਸਾਰੇ ਜੋੜਦੇ ਨੇ। ਕਹਿੰਦੇ ਧਿਆਨ ਦਿਓ, ਜੇ ਤੁਸੀਂ ਆਪਣੇ ਧੀ ਪੁੱਤਰ ਨੂੰ ਚੰਗੀ ਸਿੱਖਿਆ ਦਿੱਤੀ ਹੋਏਗੀ, ਮਿਹਨਤੀ ਬਣਾਇਆ ਹੋਏਗਾ, ਜੇ ਤੁਹਾਡਾ ਪੁੱਤਰ ਧੀ ਚੰਗਾ ਸਿਆਣਾ ਹੋਏਗਾ ਨਾ, ਜੇ ਤੁਸੀਂ ਨਾ ਵੀ ਜੋੜਿਆ ਹੋਏਗਾ, ਉਹਦੇ ਵਿੱਚ ਇੰਨੀ ਯੋਗਤਾ ਹੋਏਗੀ ਉਹ ਕਮਾ ਲਏਗਾ। ਸਹੀ ਗੱਲ ਹੈ ਨਾ। ਜੇ ਤੁਸੀਂ ਨਹੀਂ ਜੋੜਿਆ, ਬਾਈ ਦ ਵੇ ਨਹੀਂ ਜੋੜਿਆ, ਉਹ ਲਾਇਕ ਹੋਏਗਾ, ਉਹਨੂੰ ਚੰਗੀ ਸਿੱਖਿਆ ਦਿੱਤੀ ਹੋਏਗੀ, ਚੰਗੀ ਐਜੂਕੇਸ਼ਨ ਦਿੱਤੀ ਹੋਏਗੀ, ਕਦੀ ਬੰਦਾ ਭੁੱਖਾ ਮਰ ਨਹੀਂ ਸਕਦਾ ਜਿਹੜਾ ਮਿਹਨਤ ਕਰਦਾ ਹੈ। ਕਦੀ ਵੀ ਨਹੀਂ, ਕਦੀ ਵੀ ਨਹੀਂ, ਹੋ ਹੀ ਨਹੀਂ ਸਕਦਾ। ਇਹ ਵਿਹਲੇ ਲੋਕ ਨੇ ਜਿਹੜੇ ਭੁੱਖੇ ਕਹਿੰਦੇ ਅਸੀਂ ਜੀ ਬੇਰੁਜ਼ਗਾਰ ਹਾਂ। ਕਿਉਂ ਨਹੀਂ ਬਈ, ਜਾ ਦਿਹਾੜੀ ਤੇ ਕਰ ਕੰਮ, ਕਿਉਂ ਨਹੀਂ, ਸਭ ਕੁਝ ਮਿਲਦਾ। ਜਦ ਕਰਨਾ ਹੀ ਨਹੀਂ ਕੁਛ ਤੇ ਮਿਲਣਾ ਕੀ ਹੈ। ਤੇ ਉਸ ਮੇਰੇ ਨਾਲ ਸਾਂਝ ਪਾਉਂਦੇ ਸੀ ਭਾਈ ਸਾਹਿਬ, ਕਹਿੰਦੇ ਵੀ ਜੇ ਲਾਇਕ ਹੋਈ ਔਲਾਦ ਤੇ ਉਸਨੇ ਆਪਣੇ ਆਪ ਕਮਾ ਲੈਣਾ। ਜੇ ਅਸੀਂ ਕਮਾਇਆ, ਉਹ ਕਹਿੰਦਾ ਜੇ ਮੈਂ ਲੱਖਾਂ ਕਮਾਇਆ, ਮੇਰੀਆਂ ਟਰਾਂਸਪੋਰਟਸ ਨੇ, ਜੇ ਮੈਂ ਲੱਖਾਂ ਕਰੋੜ ਡਾਲਰ ਕਮਾ ਲਿਆ, ਤੇ ਜੇ ਮੇਰੀ ਔਲਾਦ ਸਹੀ ਨਾ ਹੋਈ ਤੇ ਉਹਨੇ ਮੇਰਾ ਕਮਾਇਆ ਵੀ ਖਤਮ ਕਰ ਦੇਣਾ, ਉਸਨੇ ਮੇਰੀ ਜਮ੍ਹਾਂ ਕੀਤੀ ਹੋਈ ਪੂੰਜੀ ਨੂੰ ਵੀ ਖਤਮ ਕਰ ਦੇਣਾ। ਇਸ ਕਰਕੇ ਅਸੀਂ ਲੋਕ ਬਹੁਤੀ ਦੌੜ ਇਸ ਪਾਸੇ ਨਹੀਂ ਲਾਉਂਦੇ ਵੀ ਇੰਨਾ ਹੋ ਜਾਏ, ਨਹੀਂ, ਅਸੀਂ ਇਹ ਕਹਿੰਦੇ ਹਾਂ ਵੀ ਆਪਣਾ ਗੁਜ਼ਾਰਾ ਠੀਕ ਚੱਲ ਜਾਏ। ਤੇ ਜਿਹੜਾ ਇਹ ਸੋਚਦਾ ਉਹਨੂੰ ਸਹਿਜ ਮਿਲ ਜਾਂਦਾ, ਉਹਦੀ ਭੱਜ ਦੌੜ ਜਿਹੜੀ ਘੱਟ ਹੋ ਜਾਂਦੀ। ਉਹ ਕਹਿੰਦਾ ਕੀ ਐਵੇਂ ਮਰੀ ਜਾਣਾ, ਉਹਨੂੰ ਗਿਆਨ ਮਿਲ ਜਾਂਦਾ। ਸੋ ਗੁਰੂ ਮਹਾਰਾਜ ਜੀ ਪੰਕਤੀ ਵਿੱਚ ਕਹਿੰਦੇ ਨੇ ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਉਹਦੀ ਜ਼ਿੰਦਗੀ ਦੇ ਵਿੱਚ ਸਹਿਜ ਦਾ ਮਤਲਬ ਟਿਕਾ ਵੀ ਹੁੰਦਾ, ਮਤਲਬ ਟਿਕਾ ਮਿਲ ਜਾਂਦਾ, ਸਹਿਜ ਮਿਲ ਜਾਂਦਾ। ਉਹ ਐਵੇਂ ਹੀ ਹਰ ਵਕਤ ਭੱਜਿਆ ਨਹੀਂ ਫਿਰਦਾ, ਦੌੜਿਆ ਨਹੀਂ ਫਿਰਦਾ। ਇਹ ਨਹੀਂ ਵੀ ਉਹਦਾ ਸੱਜਣ ਉਹਨੂੰ ਆਵਾਜ਼ ਮਾਰੇ, ਉਹ ਕਹੇ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਬੜਾ ਜ਼ਰੂਰੀ ਕੰਮ ਹੈ, ਮਿਲਾਂਗੇ। ਉਹ ਕਿਸੇ ਸੱਜਣ ਕੋਲ ਹੀ ਬਹਿ ਨਾ ਸਕੇ, ਕੋਈ ਦੁੱਖ ਸੁੱਖ ਹੀ ਨਾ ਸਾਂਝਾ ਕਰ ਸਕੇ। ਉਹ ਕਾਹਦੇ ਕੰਮ ਕਾਜ ਹੋਏ ਜੀ, ਕਾਹਦਾ ਜੀਵਨ ਹੋਇਆ ਜੀ, ਕਾਹਦੀ ਜ਼ਿੰਦਗੀ ਹੋਈ ਜੇ ਕਿਤੇ ਭੈਣ ਭਰਾਵ ਕੋ ਬੈਠ ਹੀ ਨਾ ਸਕਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਤੈਨੂੰ ਸਹਿਜ ਮਿਲ ਜਾਏਗਾ। ਗੁਰੂ ਦੀ ਗੱਲ ਸੁਣਿਆ ਕਰ, ਗੁਰੂ ਨੂੰ ਯਾਦ ਕਰਿਆ ਕਰ, ਤੂੰ ਟਿਕ ਜਾਏਗਾ। ਇੱਕ ਦਿਨ ਉਦਣ ਵੀ ਤੇ ਟਿਕਣਾ ਹੀ ਹੈ ਨਾ ਜਿੱਦਣ ਨਿਰਬਲ ਹੋ ਜਾਣਾ। ਬਾਣੀ ਕਹਿੰਦੀ ਹੈ ਸਿਰ ਕੰਬਿਓ ਪੱਗ ਡਗਮਗੇ, ਜਿੱਦਣ ਪੈਰਾਂ ਨੇ ਪੂਰਾ ਤੁਰਨਾ ਨਹੀਂ, ਹੱਥਾਂ ਨੇ ਪੂਰਾ ਜ਼ੋਰ ਲੱਗਣਾ ਹੀ ਨਹੀਂ ਹੱਥਾਂ ਕੋਲੋਂ, ਅੱਖੀਆਂ ਨੇ ਪੂਰਾ ਦੇਖ ਨਹੀਂ ਪਾਉਣਾ, ਤੇ ਫਿਰ ਵੀ ਤੇ ਤੂੰ ਬੈਠੇਗਾ ਚੇਅਰ ਤੇ, ਮੰਜੇ ਤੇ। ਤੇ ਅੱਜ ਹੀ ਸੋਚ ਲੈ ਕਿਉਂ ਇੰਨਾ ਖਪਦਾ। ਨਹੀਂ, ਮਿਹਨਤ ਜ਼ਰੂਰ ਕਰਨੀ ਹੈ। ਮਿਹਨਤ ਹੋਰ ਗੱਲ ਹੈ, ਕੋਈ ਇਹ ਨਾ ਕਵੇ ਵੀ ਕਿਧਰੇ ਮਿਹਨਤ ਤੋਂ ਮਨਾ ਹੋ ਰਿਹਾ, ਨਾ ਨਾ, ਮਿਹਨਤ ਕਰਨੀ ਰੱਜ ਕੇ ਵਾਹ ਤੇ ਦਬ ਕੇ ਖਾ, ਇੱਦਾਂ ਕਹਿੰਦੇ ਆ ਨਾ, ਰੱਜ ਕੇ ਖਾ ਦਬ ਕੇ ਵਾਹ, ਰੱਜ ਕੇ ਮਿਹਨਤ ਕਰ, ਰੱਜ ਕੇ ਹੀ ਖਾ। ਪਰ ਇਹ ਨਹੀਂ ਵੀ ਸਭ ਕੁਝ ਭੁੱਲ ਜਾਏ, ਕਿਸੇ ਨੂੰ ਪਿਆਰ ਦੇ ਨਾਲ ਬੁਲਾਉਣਾ ਭੁੱਲ ਜਾਏ, ਕਿਸੇ ਕੋਲ ਬੈਠਣਾ ਭੁੱਲ ਜਾਏ, ਕਿਸੇ ਨਾਲ ਹਮਦਰਦੀ ਕਰਨੀ ਭੁੱਲ ਜਾਏ। ਕਿਉਂਕਿ ਦੁਨੀਆ ਵਿੱਚ ਮੈਂ ਐਸੇ ਲੋਕ ਦੇਖੇ ਨੇ ਜਿਹੜੇ ਕਿ ਕਿਸੇ ਦੇ ਘਰ ਵਿੱਚ ਕਿਧਰੇ ਅਫਸੋਸ ਕਰਨ ਲਈ ਨਹੀਂ ਜਾਂਦੇ। ਗੁਸਤਾਖੀ ਮਾਫ, ਜਿਹੜੇ ਨਹੀਂ ਜਾਂਦੇ ਹੋਣਗੇ ਉਹਨਾਂ ਨੇ ਤਾਂ ਮੈਨੂੰ ਮਾੜਾ ਕਹਿਣਾ ਹੀ ਹੈ। ਜਿਹੜੇ ਕਿਸੇ ਨਾਲ ਹਮਦਰਦੀ ਨਹੀਂ ਕਰਦੇ ਹੋਣਗੇ ਉਹ ਆਪਣੇ ਕੰਮ 'ਚ ਹੀ ਲੱਗੇ। ਉਹ ਮੈਂ ਕਹਿੰਦਾ ਪਸ਼ੂ ਬਣੇ ਦੇਖੇ ਨੇ, ਬਹੁਤ ਘੱਟ ਨੇ ਇੱਦਾਂ ਦੇ, ਪਰ ਹੈ ਨੇ। ਉਹਨਾਂ ਨੂੰ ਆਪਣੇ ਕੰਮ ਤੋਂ ਬਗੈਰ ਕੰਮ ਠੀਕ ਕਰਨਾ, ਪਰ ਦੁਨੀਆ ਦੇ ਵਿੱਚ ਵਿਚਰਨਾ ਵੀ ਹੈ। ਅੱਜ ਮੈਂ ਪਹਿਲਾਂ ਬੇਨਤੀ ਕੀਤੀ, ਅਸੀਂ ਸਮਾਜਿਕ ਜੀਵ ਹਾਂ। ਜੇ ਕਿਸੇ ਦੀ ਖੁਸ਼ੀ ਆ, ਉਹਦੇ ਖੁਸ਼ੀ ਦੇ ਸਮਾਗਮ ਵਿੱਚ ਜਾਣਾ। ਜੇ ਕਿਸੇ ਦੇ ਕੋਈ ਮਰਗ ਹੋ ਗਈ ਹੈ, ਜੇ ਕੋਈ ਬਿਮਾਰ ਠਮਾਰ ਹੈ, ਉਹਦਾ ਪਤਾ ਲੈਣ ਜਾਣਾ, ਉਹਦੇ ਕੋਲ ਬਹਿਣਾ, ਉਹਦੇ ਨਾਲ ਉਹਨੂੰ ਪੁੱਛਣਾ, ਸੁੱਖ ਸੰਦ ਪੁੱਛਣੀ, ਭਾਈ ਰਾਜੀ ਹੋ, ਪਰਿਵਾਰ ਰਾਜੀ, ਬੱਚੇ ਰਾਜੀ। ਜੇ ਕਿਸੇ ਨੂੰ ਪੁੱਛਣਾ ਹੀ ਨਹੀਂ ਤੇ ਫਿਰ ਕਾਹਦਾ ਤੂੰ ਇਨਸਾਨ ਹੈ, ਕੀ ਤੇਰੀ ਕੀਤੀ ਕਮਾਈ, ਕੀ ਤੇਰੀ ਭੱਜ ਦੌੜ ਕਰੇਗੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਪਤਾ ਕਿਹੜੇ ਬੰਦੇ ਨੇ, ਉਹਨਾਂ ਨੂੰ ਸੰਗਤ ਨਹੀਂ ਮਿਲੀ, ਉਹਨਾਂ ਨੂੰ ਗੁਰਮਤਿ ਨਹੀਂ ਮਿਲੀ, ਉਹਨਾਂ ਨੂੰ ਸਹਿਜ ਮਿਲਿਆ ਹੀ ਨਹੀਂ। ਸੋ ਮਹਾਰਾਜ ਜੀ ਕਹਿੰਦੇ ਜੋ ਪਰਮਾਤਮਾ ਦੇ ਨਾਲ ਜੁੜਦੇ ਨੇ, ਜੋ ਸ਼ਬਦ ਨਾਲ ਜੁੜਦੇ ਨੇ, ਉਹਨਾਂ ਨੂੰ ਸਹਿਜ ਮਿਲ ਜਾਂਦਾ। ਉਹ ਹਰ ਗੱਲ ਨੂੰ ਬੜੇ ਧਿਆਨ ਦੇ ਨਾਲ
ਲੈਂਦੇ ਨੇ, ਸੋਚਦੇ ਨੇ ਵੀ ਇਹ ਗੱਲ ਮੈਂ ਕਿਵੇਂ ਕਰਨੀ ਹੈ, ਇਹ ਮੈਂ ਕਿਵੇਂ ਵਰਤਣਾ, ਮੈਂ ਫਲਾਣੇ ਨਾਲ ਕਿੱਦਾਂ ਬੋਲਣਾ ਹੈ, ਮੇਰੇ ਤੋਂ ਛੋਟਾ ਹੈ ਮੈਂ ਉਹਦੇ ਨਾਲ ਕਿੱਦਾਂ ਦਾ ਵਿਹਾਰ ਕਰਨਾ ਹੈ, ਇਹ ਮੇਰੇ ਬਰਾਬਰ ਦਾ ਇਹਦੇ ਨਾਲ ਮੈਂ ਕਿਵੇਂ ਕਰਨਾ ਹੈ, ਇਹ ਮੇਰੇ ਤੋਂ ਵੱਡਾ ਮੈਂ ਇਹਦੇ ਨਾਲ ਕਿਵੇਂ ਕਰਨਾ। ਇਹ ਸਾਰੀ ਸੋਝੀ ਇੱਕ ਸਹਿਜ ਵਿੱਚ ਚੱਲਣ ਵਾਲੇ ਰੱਬ ਦੇ ਪਿਆਰੇ ਨੂੰ ਰੱਬ ਦੇ ਦਿੰਦਾ ਹੈ। ਸਹਿਜ ਦੀ ਅਵਸਥਾ ਗੁਰੂ ਤੱਕ ਪਹੁੰਚਣ ਦਾ ਤੇ ਰੱਬ ਤੱਕ ਪਹੁੰਚਣ ਦਾ ਇੱਕ ਮਾਰਗ ਹੈ। ਇਹ ਚੀਜ਼ ਨੁਕਤੇ ਕਿੱਥੋਂ ਮਿਲਦੇ ਨੇ? ਗੁਰਬਾਣੀ ਦੇ ਵਿੱਚੋਂ। ਜੇ ਕੋਈ ਸੁਣਦਾ ਹੋਏਗਾ ਉਹਨੂੰ ਮਿਲ ਜਾਣਗੇ, ਜਿਸ ਨੇ ਕਦੀ ਸੁਣੀ ਨਾ ਹੋਏਗੀ ਉਹਨੂੰ ਫਿਰ ਇੱਕ ਦਿਨ ਜ਼ਰੂਰ ਪਛਤਾਵਾ ਹੁੰਦਾ ਹੈ। ਜਿਵੇਂ ਅਸੀਂ ਪਹਿਲੀ ਪੰਕਤੀ ਸਰਵਣ ਕੀਤੀ, ਸੋ ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਬੜੀਆਂ ਪਿਆਰੀਆਂ ਪੰਕਤੀਆਂ ਨੇ, ਇੰਨੇ ਪਿਆਰੇ ਅਰਥ ਨੇ ਨਾ ਇਹਦੇ ਵੀ ਕਮਾਲ ਦੇ ਨੇ। ਨਿਹਚਲ ਆਸਨ, ਅਡੋਲ ਜਿਹੜਾ ਆਸਨ, ਅਡੋਲ ਬੰਦਾ ਜਿਹੜਾ, ਅਡੋਲ ਜਿਸ ਦਾ ਇਰਾਦਾ ਪੱਕਾ ਹੈ, ਜਿਹੜਾ ਜਾਂ ਇੰਝ ਕਹਿ ਰਹੀ ਹੈ ਜਿਹੜਾ ਕਦੀ ਡੋਲਦਾ ਨਹੀਂ। ਅਡੋਲਤਾ ਕਿਸ ਨੂੰ ਮਿਲਦੀ ਹੈ? ਦ੍ਰਿੜਤਾ ਕਿਸ ਨੂੰ ਮਿਲਦੀ ਹੈ? ਨਿਸ਼ਚਲ ਆਸਨ ਕਿਸ ਦਾ ਹੁੰਦਾ ਹੈ? ਜਾਂ ਆਪਣੇ ਵਿਚਾਰਾਂ ਤੇ ਪਰਪੱਕ ਪੱਕਾ ਕੌਣ ਹੁੰਦਾ ਹੈ? ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਹੈ। ਕਿਸੇ ਦੀ ਕਹਿੰਦੇ ਇਹਦੀ ਜ਼ੁਬਾਨ ਬਹੁਤ ਪੱਕੀ ਹੈ, ਇਹਦੀ ਜ਼ੁਬਾਨ ਬੜੀ ਪੱਕੀ ਹੈ, ਇਹ ਜੋ ਗੱਲ ਕਹਿ ਦਿੰਦਾ ਇਹ ਮੁੱਕਰਦਾ ਨਹੀਂ। ਇਹਦਾ ਮਤਲਬ ਇਹ ਨਿਸ਼ਚਲ ਆਸਣ ਹੈ। ਇਹ ਬੰਦਾ ਜਿੱਥੇ ਖੜਾ ਹੋ ਗਿਆ ਨਾ, ਇਸ ਨੇ ਸੱਚ ਤੋਂ ਪਰੇ ਨਹੀਂ ਹਟਣਾ, ਚਾਹੇ ਇਸ ਨੂੰ ਕੋਈ ਲਾਲਚ ਦੇਵੋ, ਚਾਹੇ ਇਸ ਨਾਲ ਕੋਈ ਨਾਰਾਜ਼ ਹੋਵੇ। ਮਤਲਬ ਇਹਦਾ ਨਿਸ਼ਚਲ ਆਸਣ ਬਣ ਚੁੱਕਾ ਗੁਰੂ ਦੀ ਕਿਰਪਾ ਦੇ ਨਾਲ। ਇਹਨੇ ਸੱਚ ਨੂੰ ਸੱਚ ਕਹਿ ਦੇਣਾ, ਚਾਹੇ ਕਿਸੇ ਨੂੰ ਗੁੱਸਾ ਲੱਗੇ, ਚਾਹੇ ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਇਹ ਉਹਦਾ ਨਿਸ਼ਚਲ ਆਸਣ ਹੈ ਜਿਹੜਾ ਆਪਣੇ ਅਸੂਲਾਂ ਤੇ ਬੰਦਾ ਕਾਇਮ ਹੈ। ਇਹਨੂੰ ਕਹਿੰਦੇ ਨੇ ਨਿਸ਼ਚਲ ਆਸਣ। ਜਿਹੜਾ ਜ਼ਿੰਦਗੀ ਵਿੱਚ ਡਿਸਿਪਲਿਨ ਨਾਲ ਚੱਲਦਾ ਇਹਨੂੰ ਕਹਿੰਦੇ ਨੇ ਨਿਸ਼ਚਲ ਆਸਣ। ਜਿਹੜਾ ਨਿਯਮਾਂ ਨੂੰ ਫੋਲੋ ਕਰਦਾ ਇਹਨੂੰ ਕਹਿੰਦੇ ਨੇ ਨਿਸ਼ਚਲ ਆਸਣ। ਇਹ ਨਿਸ਼ਚਲ ਆਸਣ ਕਿੱਥੋਂ ਮਿਲਦਾ? ਫਿਰ ਗੱਲ ਉੱਤੇ ਆ ਗਈ ਗੁਰੂ ਤੋਂ। ਮੈਂ ਜ਼ਿੰਦਗੀ ਦੇ ਵਿੱਚ ਕਿਵੇਂ ਵਿਚਰਾਂ, ਕਿਵੇਂ ਬੋਲਾਂ, ਕਿਵੇਂ ਕਿਸੇ ਦੇ ਨਾਲ ਵਰਤਾਂ, ਇਹ ਮੇਰੇ ਗੁਰੂ ਤੋਂ ਵੱਧ ਹੋਰ ਕੋਈ ਦੱਸ ਨਹੀਂ ਸਕਦਾ। ਨਹੀਂ ਤੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਅੱਛੀ ਤਰ੍ਹਾਂ ਬੋਲਣਾ ਨਹੀਂ ਆਉਂਦਾ, ਸਾਰਿਆਂ ਨੂੰ ਅੱਛੀ ਤਰ੍ਹਾਂ ਵਰਤਣਾ ਨਹੀਂ ਆਉਂਦਾ, ਸਾਰਿਆਂ ਨੂੰ ਅੱਛੀ ਤਰ੍ਹਾਂ ਇੱਕ ਦੂਜੇ ਦੇ ਵਿੱਚ ਸੰਪਰਕ ਵਿੱਚ ਆਉਣਾ ਨਹੀਂ ਆਉਂਦਾ, ਭਾਵੇਂ ਉਹ ਜਿੰਨੇ ਮਰਜ਼ੀ ਸਿਆਣੇ ਕਿਉਂ ਨਾ ਹੋਣ। ਬਾਣੀ ਦੇ ਵਿੱਚ ਲਿਖਿਆ ਵੀ ਸਿਆਣਾ ਉਹ ਨਹੀਂ, ਸਿਆਣਾ ਉਹ ਨਹੀਂ ਜਿਸ ਦੇ ਕੋਲ ਬਹੁਤ ਕੁਝ ਹੋਵੇ, ਉਮਰ ਵਡੇਰੀ ਹੋਵੇ, ਜਾਂ ਕੋਈ ਜੀ ਆ ਮੇਰੇ ਕੋਲ ਤਜਰਬੇ ਨੇ। ਬਸ ਜਿਸ ਨੇ ਸਿਆਣੀ ਗੱਲ ਕਰ ਦਿੱਤੀ ਜਦੋਂ ਮਰਜ਼ੀ ਉਹ ਸਿਆਣਾ। ਜੇ ਸਿਆਣਾ ਹੋ ਕੇ ਕੋਈ ਸਿਆਣੀ ਗੱਲ ਨਾ ਕਰੇ ਉਸ ਨੂੰ ਸਿਆਣਾ ਨਹੀਂ ਕਹਿੰਦੇ। ਜੇ ਪੜ੍ਹਿਆ ਲਿਖਿਆ ਹੋ ਕੇ ਪੜ੍ਹਿਆਂ ਵਾਲੀ ਗੱਲ ਨਾ ਕਰੇ ਉਹ ਪੜ੍ਹਿਆ ਲਿਖਿਆ ਨਹੀਂ ਹੁੰਦਾ। ਉਹਦੇ ਨਾਲੋਂ ਅਨਪੜ੍ਹ ਬੰਦਾ ਪੜ੍ਹਿਆ ਲਿਖਿਆ ਤੇ ਸਿਆਣਾ ਹੁੰਦਾ ਜਿਹੜਾ ਸਿਆਣੀ ਗੱਲ ਕਰੇ। ਬਾਣੀ ਵਿੱਚ ਲਿਖਿਆ। ਸੋ ਇਸ ਕਰਕੇ ਜੇ ਪੜ੍ਹ ਕੇ ਕੋਈ ਮੂਰਖਤਾ ਵਾਲੀ ਗੱਲ ਕਰੇ, ਜੇ ਬਹੁਤ ਸਿਆਣਾ ਹੋ ਕੇ ਗੱਲ ਕਰੇ ਮੂਰਖਤਾ ਵਾਲੀ, ਤੇ ਬਾਣੀ ਵਿੱਚ ਲਿਖਿਆ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਜੋ ਹੰਕਾਰੀ ਬੰਦਾ, ਈਰਖਾਲੂ ਬੰਦਾ, ਨਫ਼ਰਤ ਕਰਨ ਵਾਲਾ ਬੰਦਾ, ਮਹਾਰਾਜ ਜੀ ਕਹਿੰਦੇ ਉਹ ਤੇ ਮੂਰਖ ਹੈ, ਉਹ ਤੇ ਮੂਰਖ ਹੈ। ਇਸ ਕਰਕੇ ਉਸ ਨੂੰ ਨਿਸ਼ਚਲ ਆਸਣ ਮਿਲ ਜਾਂਦਾ, ਉਹਨੂੰ ਅਡੋਲਤਾ ਮਿਲ ਜਾਂਦੀ ਹੈ। ਉਹ ਡੋਲਦਾ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਦਾ। ਉਹ ਆਪਣੇ ਸਰੀਰ ਨੂੰ ਅਡੋਲ ਕਰ ਲੈਂਦਾ। ਉਹਦੇ ਸਰੀਰ ਦੇ ਵਿੱਚ ਕੋਈ ਨੁਕਸ ਵੀ ਹੋਵੇ ਨਾ, ਦਰਦ ਵੀ ਹੋਵੇ ਨਾ, ਦੁੱਖ ਵੀ ਹੋਵੇ ਨਾ, ਧਿਆਨ ਦੇਣਾ ਦੁੱਖ ਵੀ ਉਹਨੂੰ ਦੁੱਖ ਨਹੀਂ ਦੇ ਸਕਦਾ। ਅਡੋਲਤਾ, ਨਿਸ਼ਚਲ ਆਸਣ, ਨਿਸ਼ਚਲ ਆਸਣ। ਦੇਖੋ ਅਸੀਂ ਗੁਰੂ ਦੀ ਗੋਦ ਵਿੱਚ ਬਹਿੰਦੇ ਹਾਂ, ਤੁਸੀਂ ਧਿਆਨ ਦੇਣਾ, ਸਾਨੂੰ ਨਹੀਂ ਪਤਾ ਲੱਗਦਾ। ਕਈ ਵਾਰ ਸਾਨੂੰ ਆਪਣੀ ਕੋਈ ਦਰਦ ਦੁਰਦ ਦਾ ਪਤਾ ਹੀ ਨਹੀਂ ਲੱਗਦਾ। ਕਈ ਵਾਰ ਸਾਨੂੰ ਆਪਣਾ ਦੁੱਖ ਵੀ ਭੁੱਲ ਜਾਂਦਾ, ਆਪਣੀ ਚਿੰਤਾ ਵੀ ਭੁੱਲ ਜਾਂਦੀ। ਮਤਲਬ ਉਹਨੂੰ ਇਹ ਗੁਰੂ ਦੁਆਰਾ ਬਖਸ਼ੀ ਹੋਈ ਅਡੋਲਤਾ ਤੇ ਨਿਸ਼ਚਲ ਆਸਣ ਮਿਲ ਗਿਆ। ਇਸ ਕਰਕੇ ਉਹ ਟਿਕਿਆ ਪਿਆ। ਪ੍ਰਭ ਕੇ ਸਿਮਰਨ ਕਮਲ ਬਿਗਾਸਨ। ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਦਾ ਜਾਂ ਕਰਦਾ ਰਹਿੰਦਾ ਉਹ ਕਮਲ ਦੇ ਫੁੱਲ ਵਾਂਗੂ ਖਿੜਿਆ ਰਹਿੰਦਾ ਹੈ। ਤੇ ਜੋ ਆਪਣੇ ਸਤਿਗੁਰ ਦੀ ਸਿਫਤ ਸਲਾਹ ਨਹੀਂ ਸੁਣਦਾ, ਨਹੀਂ ਕਰਦਾ, ਉਹ ਤੁਸੀਂ ਦੇਖ ਲੈਣਾ ਕਈ ਫੁੱਲ ਮੁਰਝਾਏ ਹੁੰਦੇ ਨੇ।
ਮੁਰਝਾ ਜਾਂਦੇ ਨੇ, ਕਈ ਦੁਪਹਿਰ ਨੂੰ ਖਿੜ ਜਾਂਦੇ ਨੇ। ਤੇ ਉਹਦੀ ਹਾਲਤ, ਉਹਦਾ ਮੁੱਖ ਇੱਕ ਮੁਰਝਾਏ ਹੋਏ ਫੁੱਲ ਵਾਂਗ ਹੈ, ਤੇ ਜਿਹੜਾ ਗੁਰੂ ਦੇ ਨਾਲ ਜੁੜਦਾ, ਗੁਰੂ ਦੀ ਸਿਫਤ ਸਲਾਹ ਕਰਦਾ, ਉਹ ਇੱਕ ਕਮਲ ਦੇ ਖਿਲੇ ਹੋਏ ਫੁੱਲ ਵਾਂਗੂ ਹੈ। ਮਤਲਬ ਫੁੱਲ ਦਾ ਖਿੜਨਾ ਵੀ ਉਹ ਖੁਸ਼ ਰਹਿੰਦਾ, ਉਹ ਪ੍ਰਸੰਨ ਰਹਿੰਦਾ, ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ, ਜਾਂ ਇੰਝ ਕਹਿ ਲਈਏ ਵੀ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ। ਦੇਗ ਤੇਗ ਫਤਿਹ, ਉਹ ਨਹੀਂ ਝੂਰਦਾ। ਦੁਨੀਆ ਜਿੱਥੇ ਮਰਜੀ ਜਾਏ, ਜੋ ਮਰਜੀ ਕਰੀ ਜਾਏ, ਨਾ ਨਾ, ਜੋ ਕੋਈ ਉਸ ਕਿਸੇ ਦੀ ਕੋਈ ਨਿੰਦਿਆ ਕਰੀ ਜਾਏ, ਕੋਈ ਉਸ ਦੀ ਸਿਫਤ ਕਰੀ ਜਾਏ, ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਮ ਤਨ ਦਿਓ ਹੈ ਢਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਕੋਈ ਜੋ ਮਰਜ਼ੀ ਕਹੀ ਜਾਵੇ। ਮਹਾਰਾਜ ਜੀ ਕਹਿੰਦੇ ਉਸ ਨੂੰ ਕਿਸੇ ਕਿਸਮ ਦਾ ਕੋਈ ਅਸਰ ਜਾਂ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਾਂ ਤਕਲੀਫ ਨਹੀਂ ਹੁੰਦੀ, ਜਿਹੜਾ ਸ਼ਬਦ ਦੇ ਨਾਲ ਜੁੜਿਆ ਹੁੰਦਾ। ਮਤਲਬ ਬ੍ਰਹਮ ਗਿਆਨੀ ਮਹਾਰਾਜ ਜੀ ਕਹਿੰਦੇ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਨਿਰਲੇਪ ਦਾ ਮਤਲਬ ਦੁਨੀਆ ਦੇ ਮੋਹ ਤੋਂ, ਦੁਨੀਆ ਦੇ ਦੁੱਖਾਂ ਤੋਂ, ਦੁਨੀਆ ਦੇ ਕਲੇਸ਼ਾਂ ਤੋਂ, ਦੁਨੀਆ ਦੀਆਂ ਚਿੰਤਾਵਾਂ ਤੋਂ, ਦੁਨੀਆ ਦੀਆਂ ਪਰੇਸ਼ਾਨੀਆਂ ਤੋਂ ਉਹ ਹਟ ਕੇ ਹੁੰਦਾ, ਮੁਕਤ ਹੁੰਦਾ। ਉਹਨੂੰ ਕਿਸੇ ਕਲੇਸ਼ ਕਲੂਸ਼ ਦਾ ਅਸਰ ਨਹੀਂ ਹੁੰਦਾ। ਕਹਿੰਦੇ ਜਾ ਪਰਾਂ ਦਫਾ ਹੋ ਕਲੇਸ਼ ਨੂੰ, ਜਾਂ ਦੁੱਖ ਨੂੰ ਕਹਿੰਦੇ ਪਰਾਂ ਜਾ। ਉਹ ਨਹੀਂ ਪ੍ਰਵਾਹ ਕਰਦਾ, ਉਹ ਚਿੰਤਾ ਹੀ ਨਹੀਂ ਕਰਦਾ, ਚਾਹੇ ਸਰੀਰ ਦਾ ਦੁੱਖ ਹੈ, ਚਾਹੇ ਮਾਨਸਿਕ ਦੁੱਖ ਹੈ, ਚਾਹੇ ਹੋਰ ਸੱਜਿਓਂ ਖੱਬਿਓਂ ਦੁੱਖ ਹੈ, ਪਰੇਸ਼ਾਨੀਆਂ, ਉਹ ਮਾਰ ਕੇ ਇਹਨਾਂ ਨੂੰ ਬਾਹਰ ਭਜਾ ਦਿੰਦਾ। ਕਿਉਂ? ਜਿਹੜਾ ਗੁਰੂ ਵਾਲਾ ਹੈ ਨਾ, ਜਿਹੜਾ ਗੁਰੂ ਦਾ ਪਿਆਰਾ ਹੈ ਨਾ, ਤੇ ਫਿਰ ਉਹ ਪਿਆਰਾ ਕਾਹਦਾ ਜੀ, ਜੇ ਉਹਦੇ ਨਾਲ ਚਿੰਬੜਿਆ ਹੀ ਰਿਹਾ ਗੰਦਮੰਦ, ਦੁੱਖ ਕਲੇਸ਼ ਹੀ ਚਿੰਬੜ ਰਹੇ। ਇਹ ਨਹੀਂ ਮੈਂ ਕਹਿੰਦਾ ਵੀ ਦੁੱਖ ਜ਼ਿੰਦਗੀ ਵਿੱਚ ਆਉਣੇ ਨਹੀਂ, ਦੁੱਖ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕਣਗੇ, ਦੁੱਖ ਉਸ ਨੂੰ ਡਾਊਨ ਨਹੀਂ ਕਰ ਸਕਣਗੇ। ਆਰਾ ਸਿਰ ਤੇ ਚੱਲਦਾ ਤੇ ਨੂਰ ਹੀ ਨੂਰ ਹੈ ਚਿਹਰੇ ਤੇ, ਉਦਾਸੀ ਕਿਉਂ ਨਹੀਂ ਬਈ? ਉਹਨੂੰ ਪਤਾ ਮੈਂ ਖਤਮ ਹੋ ਜਾਣਾ ਭਾਈ। ਮਤੀ ਦਾਸ ਨੂੰ ਪਤਾ ਹੈ ਮੇਰੇ ਤੇ ਆਰਾ ਜਦੋਂ ਚਲ ਗਿਆ ਮੈਂ ਤੇ ਦੁਨੀਆ ਤੋਂ ਚਲੇ ਜਾਣਾ। ਚਿਹਰਾ ਉਦਾਸ ਹੋਇਆ, ਮਿੱਟੀ ਵਰਗਾ ਹੋਇਆ ਚਿਹਰਾ, ਨਾ ਨਾ ਨਾ, ਐਨ ਸੁਹਾ ਲਾਲ ਰੰਗ, ਇੱਦਾਂ ਦਾ ਚਿਹਰਾ। ਤੇ ਸਾਨੂੰ ਕੋਈ ਮਿਲਦੀ ਖਬਰ, ਮੈਂ ਵੀ ਤੁਹਾਡੇ ਨਾਲ ਹੀ ਹਾਂ, ਤੇ ਸਾਡਾ ਚਿਹਰਾ ਐਡਾ ਕੁ ਬਣ ਜਾਂਦਾ, ਇੰਨਾ ਕੁ ਨਿੱਕਾ ਜਿਹਾ ਭੋਰਾ ਜਿਹਾ। ਮਹਾਰਾਜ ਜੀ ਕਹਿੰਦੇ ਉਹ ਪ੍ਰਸੰਨਤਾ ਲੈਣੀ ਹੈ ਨਾ, ਜੇ ਤੂੰ ਰੰਗ ਦੇ ਵਿੱਚ ਬਿਲਕੁਲ ਸਰੂਰ ਦੇ ਵਿੱਚ ਰਹਿਣਾ ਚਾਹੁੰਦਾ ਰੱਬ ਦੇ, ਇਲਾਹੀ ਨੂਰ ਨੂੰ ਅਪਣਾ ਲੈ, ਇਲਾਹੀ ਬਾਣੀ ਨੂੰ ਜ਼ਿੰਦਗੀ ਵਿੱਚ ਲੈ ਆ। ਕੋਈ ਗੱਲ ਨਹੀਂ, ਆਏਗਾ ਵੀ ਨਾ ਕੋਈ ਦੁੱਖ ਪਰੇਸ਼ਾਨੀ, ਆਏਗੀ ਵੀ ਨਾ। ਮਹਾਰਾਜ ਜੀ ਤੈਨੂੰ ਡਿੱਗਣ ਨਹੀਂ ਦਿੰਦੇ, ਯਾਦ ਰੱਖੀ। ਮਹਾਰਾਜ ਜੀ ਤੈਨੂੰ ਕਦੀ ਵੀ ਹਾਰ ਨਹੀਂ ਦਿੰਦੇ, ਯਾਦ ਰੱਖੀ। ਤੇਰੀ ਜਿੱਤੀ ਕਰਾਉਣਗੇ, ਕੋਈ ਗੱਲ ਨਹੀਂ, ਫਾਈਟ ਕਰੀ। ਜੋ ਸਮਾਂ ਤੈਨੂੰ ਤੇਰੇ ਨਾਲ ਟਕਰਾਉਂਦਾ ਹੈ ਨਾ, ਫਾਈਟ ਕਰੀ। ਤੂੰ ਗੁਰੂ ਦਾ ਪੁੱਤਰ ਹੈ, ਪਹਿਲਵਾਨ ਹੈ। ਗੁਰੂ ਥਾਪੀ ਦਿੱਤੀ ਕੰਢ ਜੀਓ ਹੋਂ ਗੁਸਾਈ ਕਾ ਪਹਿਲਵਾਨੜਾ, ਮੇਰੇ ਸਤਿਗੁਰ ਦਾ ਹੱਥ ਹੈ, ਮੈਂ ਕਿਉਂ ਪ੍ਰਵਾਹ ਕਰਾਂ ਵੀ ਕਿਸੇ ਦੀ? ਮੈਂ ਹੰਕਾਰ ਨਾਲ ਨਹੀਂ ਕਹਿੰਦਾ, ਮਾਣ ਦੇ ਨਾਲ। ਅਸੀਂ ਕਿਉਂ ਚਿੰਤਾ ਕਰੀਏ? ਏਡਾ ਵੱਡਾ ਸਮਰੱਥ ਗੁਰੂ ਸਿਰ ਹੱਥ ਤਰਿਓ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਮੈਨੂੰ ਕਾਹਦੀ ਚਿੰਤਾ? ਮੇਰੇ ਕੋਲ ਪੈਸਾ ਘਟ ਜਾਏਗਾ, ਕਾਹਦੀ ਚਿੰਤਾ ਬਈ? ਕਿਉਂ ਚਿੰਤਾ? ਤੂੰ ਤਾਂ ਸਭ ਕੁਝ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵੀ ਖਾਏ ਖਰਚ ਰਹਿੰਦਾ। ਹਾਏ ਮੇਰੇ ਕੋਲ ਪੈਸੇ ਘਟ ਜਾਣੇ ਨੇ, ਮੇਰੇ ਕੋਲ ਪੈਸੇ ਘਟ ਗਏ ਹਨ। ਉਹ ਮਹਾਰਾਜ ਤੇ ਕਹਿੰਦੇ ਨੇ ਲਖਮੀ ਤੋੜ ਨਾ ਆਵੀ ਖਾਏ ਖਰਚ ਰਹਿੰਦਾ। ਜੇ ਤੈਨੂੰ ਦੂਜੇ ਦੇ ਬਰਾਬਰ ਪੈਸੇ ਨਹੀਂ ਮਿਲਣਗੇ ਨਾ, ਤੈਨੂੰ ਦੂਜੇ ਨਾਲੋਂ ਵੱਡੀ ਦਾਤ ਪਤਾ ਕਿਹੜੀ ਗੁਰੂ ਦੇ ਦੇਗਾ? ਤੇਰੇ ਥੋੜੇ ਵਿੱਚ ਬਰਕਤ ਦੇ ਦੇਗਾ। ਤੇਰੇ ਉਹ ਥੋੜੇ ਵਿੱਚ ਤੈਨੂੰ ਸਬਰ ਦੇ ਦੇਗਾ। ਤੂੰ ਉਸ ਅਮੀਰ ਨਾਲੋਂ ਕਈ ਗੁਣਾ ਚੰਗਾ ਹੋਏਗਾ, ਉਸ ਸੂਮ ਬੰਦੇ ਨਾਲੋਂ ਕਈ ਗੁਣਾ ਚੰਗਾ ਹੋਏਗਾ। ਜਿਹੜਾ ਰਜਦਾ ਹੀ ਨਹੀਂ ਤ੍ਰਿਸ਼ਨਾਲੂ ਪੁਰਸ਼, ਉਹਦੇ ਨਾਲੋਂ ਕਈ ਗੁਣਾ ਚੰਗਾ ਹੋਏਗਾ। ਜੇ ਤੈਨੂੰ ਸਬਰ ਸਿਦਕ ਤੇਰੀ ਘਰ ਦੇ ਵਿੱਚ ਰੱਬ ਨੇ ਬਰਕਤ ਪਾ ਦਿੱਤੀ ਨਾ, ਤੇ ਤੂੰ ਅਮੀਰ ਨਾਲੋਂ ਕਈ ਗੁਣਾ ਭਾਈ ਚੰਗਾ। ਮਾੜਾ ਨਾ ਸਮਝਿਆ ਕਰ, ਮੈਂ ਗਰੀਬ ਹਾਂ ਉਹ ਅਮੀਰ ਹੈ, ਕੋਈ ਨਹੀਂ। ਤੂੰ ਸੱਚੇ ਪਾਤਸ਼ਾਹ ਦਾ ਪੁੱਤਰ ਹੈ, ਤੂੰ ਅਮੀਰ ਹੈ,
ਤੂੰ ਚੰਗਾ ਹੈ, ਤੂੰ ਬਹੁਤ ਸੋਹਣਾ ਹੈ। ਕਦੀ ਵੀ ਆਪਣੇ ਆਪ ਨੂੰ ਘੱਟ ਨਹੀਂ ਮੰਨਣਾ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਪੁੱਤ ਮੰਨਦਾ ਹੈ ਨਾ, ਉਹ ਨਾ ਗਰੀਬ ਸਮਝੇ ਆਪਣੇ ਆਪ ਨੂੰ, ਨਾ ਇਹ ਸਮਝੇ ਮੇਰੇ ਵੱਲ ਤੇ ਕੋਈ ਹੈ ਹੀ ਨਹੀਂ ਜੀ, ਮੇਰਾ ਤੇ ਕੋਈ ਸਾਥ ਨਹੀਂ ਦਿੰਦਾ। ਕਿਉਂ ਕਹਿਣਾ ਬਈ ਇੱਦਾਂ? ਜੇ ਤੇਰੇ ਵੱਲ ਗੁਰੂ ਹੈ ਨਾ, ਇਹ ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ਨ। ਦੱਸੋ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਜਿਹੜੇ ਰੱਬ ਦੇ ਨਾਲ ਜੁੜਦੇ ਨੇ ਤਿਤ ਘਰ ਅਨਹਦ ਵਾਜੇ। ਉਹਨਾਂ ਦੇ ਅੰਦਰ ਕਿਹੜੇ ਸ਼ਬਦ ਚੱਲਦੇ ਨੇ, ਕਿਹੜੇ ਇੰਸਟਰੂਮੈਂਟ ਵੱਜਦੇ ਨੇ, ਕਿਹੜੇ ਸ਼ੰਖ ਵੱਜਦੇ ਨੇ ਤੇ ਕਿਹੜੀਆਂ ਆਵਾਜ਼ਾਂ ਆਉਂਦੀਆਂ ਨੇ, ਨਾ ਮੈਂ ਸਮਝਾ ਸਕਦਾ, ਨਾ ਇਸ ਤਰ੍ਹਾਂ ਕਿਸੇ ਨੂੰ ਸਮਝ ਆ ਸਕਦੀ ਹੈ। ਆਪ ਕੋਈ ਇਸ ਕਿਰਪਾ ਦਾ ਪਾਤਰ ਬਣੇਗਾ, ਉਹਨੂੰ ਪਤਾ ਲੱਗ ਜਾਏਗਾ ਇਹਦਾ ਰਸ ਮਿੱਠਾ ਹੈ ਕਿ ਕੈਸਾ ਹੈ। ਕੋਈ ਚੀਜ਼ਾਂ ਸਾਨੂੰ, ਅਸੀਂ ਕਿਸੇ ਵਿਦੇਸ਼ ਵਿੱਚ ਜਾਂਦੇ ਹਾਂ ਨਾ, ਉੱਥੇ ਕਾਊਂਟਰ ਦੇ ਵਿੱਚ ਕਈ ਚੀਜ਼ਾਂ ਖਾਣ ਵਾਲੀਆਂ ਪਈਆਂ ਹੁੰਦੀਆਂ, ਖਾਣ ਵਾਲੀਆਂ, ਸਾਨੂੰ ਕੀ ਪਤਾ ਇਹਦੇ ਵਿੱਚ ਨਮਕ ਹੈ ਤੇ ਇਹਦੇ ਵਿੱਚ ਮਿਠਾਸ ਹੈ, ਕਿਉਂਕਿ ਅਸੀਂ ਉਹ ਕਦੀ ਦੇਖੀ ਨਹੀਂ। ਸਾਨੂੰ ਤੇ ਇੱਕ ਲੱਡੂ ਪੇੜਿਆਂ ਦਾ ਪਤਾ, ਰਸਗੁੱਲੇ ਗੁਲਾਬ ਜਾਮੁਨਾਂ ਦਾ ਪਤਾ ਹੈ, ਪਰ ਜਦੋਂ ਅਸੀਂ ਆਪਣੇ ਦੇਸ਼ ਤੋਂ ਬਾਹਰ ਨਿਕਲਦੇ ਹਾਂ, ਹਰ ਸਟੇਟ ਦੀ ਆਪਣੀ ਆਪਣੀ ਮਠਿਆਈ ਹੈ, ਆਪਣੇ ਆਪਣੇ ਖਾਣੇ ਨੇ। ਫੋਰਨ ਕੰਟਰੀ ਵਿੱਚ ਚੱਲ ਜਾਓ, ਸਾਨੂੰ ਪਤਾ ਨਹੀਂ ਲੱਗਣਾ ਇਹਦੇ ਵਿੱਚ ਹੈ ਕੀ। ਜਦੋਂ ਅਸੀਂ ਜਹਾਜ਼ 'ਤੇ ਸਫ਼ਰ ਕਰਦੇ ਹਾਂ, ਸਾਨੂੰ 에ਅਰ ਹੋਸਟਸ ਨੂੰ ਪੁੱਛਣਾ ਪੈਂਦਾ ਵੀ ਇਹਦੇ ਵਿੱਚ ਕੀ ਮਿਕਸ ਹੈ। ਇਹ ਦੇਖਣ ਨੂੰ ਤੇ ਮਿੱਠਾ ਲੱਗਦਾ, ਪਤਾ ਨਹੀਂ ਇਹ ਨਮਕ ਹੈ ਕੀ ਹੈ, ਇਹਦੇ ਵਿੱਚ ਕੀ ਨਮਕੀਨੀ ਚੀਜ਼ ਹੈ ਕੀ ਹੈ। ਇਸ ਕਰਕੇ ਤੂੰ ਕਦੀ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਸਮਝਿਆ ਵੀ ਮੈਂ ਕੁਝ ਵੀ ਨਹੀਂ ਹੈ, ਤੂੰ ਬਹੁਤ ਕੁਝ ਹੈ। ਤੂੰ ਪਤਾ ਕੌਣ ਹੈ? ਤੂੰ ਪਤਾ ਕੌਣ ਹੈ? ਮਹਾਰਾਜ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਕੋਈ ਦੁਨੀਆ ਦੇ ਵਿੱਚ ਇੱਕ ਭਿਖਾਰੀ ਬੰਦਾ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੇ, ਉਹ ਬਹੁਤ ਵੱਡੇ ਗੁਣ ਦਾ ਮਾਲਕ ਹੈ। ਉਸ ਨੂੰ ਨੀਵਾਂ ਹੋ ਕੇ ਮੰਗਣਾ ਆਉਂਦਾ, ਇਹ ਹੈ ਉਹਦੇ ਵਿੱਚ ਗੁਣ। ਭਿਖਾਰੀ ਦੇ ਵਿੱਚ ਭਿਖਾਰੀ ਕਿਉਂ ਮਾੜਾ ਬਈ? ਭਿਖਾਰੀ ਨੂੰ ਗਾਲਾਂ ਖਾ ਕੇ ਵੀ, ਝਿੜਕੇ ਖਾ ਕੇ ਵੀ ਇੱਕ ਮੰਗਣ ਦਾ ਗੁਣ ਹੈ। ਭਿਖਾਰੀ ਕਿਉਂ ਮਾੜਾ ਬਈ? ਭਿਖਾਰੀ ਵੀ ਚੰਗਾ ਹੈ। ਸੋ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜੋ ਉਸ ਦਾ ਸਿਮਰਨ ਕਰਦਾ ਸੁਖ ਉਹਦੇ ਕੋਲ ਰਹਿੰਦੇ ਨੇ, ਕਦੀ ਵੀ ਮੁੱਕਦੇ ਨਹੀਂ। ਸਿਮਰੇ ਸੇ, ਉਹੀ ਯਾਦ ਕਰਦੇ ਨੇ। ਸਿਮਰੇ ਸੇ ਜਨ, ਗੁਸਤਾਖੀ ਮਾਫ, ਸਿਮਰੇ ਸੇ ਜਨ, ਇੱਥੇ ਵਿਸਰਾਮ ਲੱਗਣਾ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਜਿਨ੍ਹਾਂ ਤੇ ਵਾਹਿਗੁਰੂ ਪ੍ਰਮਾਤਮਾ ਮਿਹਰ ਕਰਦਾ ਹੈ, ਉਹੀ ਰੱਬ ਨੂੰ ਯਾਦ ਕਰਦੇ ਨੇ। ਲੋਕ ਨਾ ਗੁੱਸਾ ਬੜਾ ਕਰਦੇ, ਜਦੋਂ ਮੈਂ ਸੱਚੀਆਂ ਸੁਣਾਉਣਾ ਨਾ, ਕੀ ਨੂੰ ਬੜਾ ਗੁੱਸਾ ਲੱਗਦਾ ਬਈ, ਮੈਂ ਹੁਣ ਜਿਹੜਾ ਰੱਬ ਦੀ ਸਿਫਤ ਕਰਦਾ ਉਹਦੀ ਸਿਫਤ ਕਰਨੀ ਹੈ। ਬਾਣੀ ਉਹਦੀ ਸਿਫਤ ਕਰਦੀ, ਜਿਹੜਾ ਨਹੀਂ ਕਰਦਾ ਉਹਦੀ ਮੈਂ ਬਾਣੀ ਮੁਤਾਬਕ ਕਹਿ ਦਿੰਦਾ ਬਈ ਉਹਨੂੰ ਬਾਣੀ ਵਿੱਚ ਕੁੱਕਰ ਆਖਿਆ, ਸ਼ੂਕਰ ਆਖਿਆ। ਭਾਈ ਇਹਦੇ ਵਿੱਚ ਗੁਰੂ ਦੀ ਗੱਲ ਦਾ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕਿਉਂਕਿ ਜੇ ਗੁਰੂ ਦੀ ਗੱਲ ਦਾ ਗੁੱਸਾ ਕਰ ਲਿਆ ਤੇ ਜੀਵਨ ਖਰਾਬ ਹੋ ਜਾਣਾ ਹੈ, ਜੀਵਨ ਖਰਾਬ ਹੋ ਜਾਣਾ। ਗੁਰੂ ਦਾ ਕਦੀ ਗੁੱਸਾ ਨਹੀਂ ਕਰੀਦਾ। ਮਾਂ ਬਾਪ ਦਾ ਜਿਹੜਾ ਗੁੱਸਾ ਕਰ ਗਿਆ ਨਾ ਗੱਲ ਦਾ, ਉਹ ਜ਼ਿੰਦਗੀ ਵਿੱਚ ਧੋਖਾ ਖਾਏਗਾ। ਜੇ ਗੁਰ ਝੜਕੇ ਤਾਂ ਮੀਠਾ ਲੱਗ ਗਿਆ। ਇਸ ਕਰਕੇ ਇਹ ਜਿਹੜੇ ਅਸੀਂ ਵਿਚਾਰ ਕਰੀਦੀ, ਪਤਾ ਕਾਹਦੇ ਵਾਸਤੇ ਕਰੀਦੀ? ਮੈਂ ਤੁਹਾਨੂੰ ਇੱਕ ਦੀਆਂ ਸੈਂਕੜੇ ਸਾਖੀਆਂ ਸੁਣਾ ਸਕਦਾ, ਮੇਰੇ ਕੋਲ ਲਾਇਬ੍ਰੇਰੀਆਂ ਭਰੀਆਂ ਪਈਆਂ ਨੇ। ਪਰ ਅਸੀਂ ਆਪਣੇ ਵਿੱਚੋਂ ਪਤਾ ਕੀ ਹੈ, ਜਿੱਥੇ ਕੰਡਾ ਲੱਗਿਆ ਹੋਵੇ ਸੂਈ ਉੱਥੇ ਮਾਰਨੀ ਹੈ ਕਿ ਹੋਰ ਪਾਸੇ? ਅਸੀਂ ਆਪਣੇ ਅੰਦਰੋਂ ਹਉਮੈ ਦਾ ਕੰਡਾ, ਈਰਖਾ, ਨਿੰਦਿਆ ਦਾ ਕੰਡਾ, ਇਹ ਮਨ ਨੂੰ ਵਾਰ-ਵਾਰ ਕੁੱਟਣਾ, ਇਹ ਮਨ ਵਾਰ-ਵਾਰ ਭੈੜੇ ਪਾਸੇ ਜਾਂਦਾ ਹੈ। ਜਦੋਂ ਮੈਂ ਕਿਹਾ ਨਾ ਕੋਈ ਵੀ ਅਸੀਂ ਵਾਰ-ਵਾਰ ਚੀਜ਼ ਕਰਦੇ ਹਾਂ, ਉਹਦੀ ਇੱਕ ਚੰਗੀ ਆਦਤ ਬਣ ਜਾਂਦੀ ਹੈ। ਜਦੋਂ ਅਸੀਂ ਮਨ ਨੂੰ ਰੋਜ਼ ਕੁੱਟਾਂਗੇ, ਸੁਧਾਰਾਂਗੇ, ਇੱਕ ਦਿਨ ਸੁਧਰ ਵੀ ਜਾਏਗਾ, ਬਿਲਕੁਲ ਸੁਧਰ ਜਾਏਗਾ। ਜਿਹੜੇ ਬਾਹਰ ਮਿਹਨਤ ਨਹੀਂ ਨਾ ਕਰਦੇ, ਜੇਲ੍ਹਾਂ ਵਿੱਚ ਜਦੋਂ ਡੱਕੇ ਜਾਂਦੇ ਨੇ ਤੇ 8-8 10-10 ਘੰਟੇ ਉੱਥੇ ਸਬਜ਼ੀਆਂ ਬੀਜਦੇ ਨੇ, ਮਿਹਨਤ ਕਰਦੇ ਨੇ, ਉਹਨਾਂ ਨੂੰ ਆਦਤ ਪਾਈ ਜਾਂਦੀ ਹੈ। ਮਨ ਦੀ ਆਦਤ ਹੈ ਚੰਚਲਤਾਈ। ਇਸ ਨੂੰ ਚੰਚਲਤਾਈ ਦੇ ਵਿੱਚੋਂ ਹਟਾ ਕੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਸ਼ਬਦ ਦੀਆਂ ਚੋਟਾਂ ਰੋਜ਼ ਮਾਰਨੀਆਂ ਨੇ। ਦੇਖੋ ਤੁਸੀਂ ਆਸਾ ਦੀ ਵਾਰ ਦੇ 4 ਜਾਂ 6 ਛੱਕੇ ਰੋਜ਼ ਸੁਣਦੇ ਹੋ, ਮੈਂ 6 ਦੀ ਜਗ੍ਹਾ 12 ਵੀ ਪੜ੍ਹ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਕੋਈ ਸ਼ਬਦ ਵੀ ਭਾਵੇਂ 5-6 ਲਵਾ ਲਓ, ਕੋਈ ਪ੍ਰੋਬਲਮ ਵੀ ਸ਼ਬਦ ਨਹੀਂ ਆਉਂਦੇ। ਪਰ ਅਸੀਂ ਜੋਸ਼ ਗੁਰਬਾਣੀ ਦੇ ਵਿੱਚ ਦੇਖੋ 263 ਅੰਗ ਹੈ। ਮਨ ਨੂੰ ਸ਼ਾਂਤੀ ਹੈ ਵੀ ਅਸੀਂ 263 ਅੰਗ ਦੀ ਜਿਹੜੀ ਵਿਆਖਿਆ ਵਿਚਾਰ ਗੁਰੂ ਦੀ ਕਿਰਪਾ ਨਾਲ ਕਰ ਚੁੱਕੇ ਹਾਂ, ਵੀ ਅਸੀਂ ਇਹਦੇ ਵਿੱਚੋਂ ਬਹੁਤ ਕੁਝ ਸਿੱਖਿਆ। ਸਭ ਤੋਂ ਵੱਡੀ ਗੱਲ, ਅੱਧੇ ਤੋਂ ਜ਼ਿਆਦਾ ਅਸੀਂ ਇਹਦੀ ਰਿਕਾਰਡਿੰਗ ਕਰਕੇ YouTube 'ਤੇ ਪਾਈ ਹੋਈ ਹੈ।
ਵੀ ਇਹ ਕਿਧਰੇ ਜਾਣਾ ਹੀ ਨਹੀਂ। ਇੰਨੀਆਂ ਹੁਣ ਪਿਆਰੀਆਂ ਤੁਹਾਡੇ ਨਾਲ ਵਿਚਾਰਾਂ ਕੀਤੀਆਂ, ਇਹ ਸਾਰੀਆਂ ਰਿਕਾਰਡਿੰਗ ਹੈ, ਸਾਰੀਆਂ ਪਈਆਂ ਹੋਈਆਂ ਫੇਸਬੁੱਕ YouTube ਤੇ। ਔਰ ਕਿੰਨਾ ਵੱਡਾ ਗਿਆਨ ਮੈਨੂੰ ਵੀ ਮਿਲਿਆ, ਤੁਹਾਨੂੰ ਵੀ ਮਿਲਿਆ। ਮੈਂ ਤੁਹਾਨੂੰ ਕੋਈ ਉਪਦੇਸ਼ ਨਹੀਂ ਕਰਦਾ ਹੁੰਦਾ, ਸਤਸੰਗੀ ਧਿਆਨ ਦੇਣਾ। ਗੁਰੂ ਤੋਂ ਅਸੀਂ ਰੋਜ਼ ਬੱਚੇ ਹਾਂ, ਗੁਰੂ ਦੇ ਅਸੀਂ ਰੋਜ਼ ਸਿੱਖਦੇ ਹਾਂ। ਸੋ ਇਸ ਕਰਕੇ ਗੁਰੂ ਕੋਲ ਸਿੱਖਿਆ ਦੀ ਭਾਵਨਾ ਨਾਲ ਆਉਣਾ। ਕਦੀ ਵੀ ਇਹ ਨਾ ਸਮਝਣਾ ਵੀ ਭਾਈ ਸਾਹਿਬ ਜੀ ਖਰੇ ਸਾਨੂੰ ਸਿਖਾਉਂਦੇ ਪਏ ਨੇ, ਉਹ ਨਾ ਭਲੇ ਉਹ ਅਸੀਂ ਨਹੀਂ ਸਿਖਾ ਸਕਦੇ। ਇਹਦੀ ਸਿੱਖਣੇ ਤੇ ਆਪ ਸਿੱਖਣਾ। ਤੁਹਾਡੇ ਅੰਦਰ ਵੀ ਮਨ ਹੈ, ਮੇਰੇ ਅੰਦਰ ਵੀ ਮਨ ਹੈ, ਤੇ ਸਾਡੇ ਸਾਰਿਆਂ ਦੇ ਮਨ ਨੂੰ ਬਾਣੀ ਸੰਬੋਧਨ ਹੈ। ਇਹ ਵੱਖਰੀ ਗੱਲ ਹੈ ਵੀ ਡਿਊਟੀ ਮਹਾਰਾਜ ਜੀ ਨੇ ਦਿੱਤੀ ਹੈ, ਉਹ ਮਨਾ ਸੁਣ ਖੋਟਿਆ, ਮਨਾ ਸੁਣ ਪਿਆਰਿਆ, ਵੀ ਚੰਗੇ ਪਾਸੇ ਲੱਗ ਜਾ। ਆਖਰੀ ਪੰਕਤੀ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਨੀ ਪਿਆ। ਹਰ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਇਸ ਅਸ਼ਟਪਦੀ ਦੀ ਵੀ ਜੋ ਸਿਮਰਦਾ, ਜਿਸ ਤੇ ਮਹਾਰਾਜ ਜੀ ਦੀ ਮਿਹਰ ਹੁੰਦੀ ਹੈ ਨਾ, ਮੇਰਾ ਦਿਲ ਕਰਦਾ ਉਹਦੇ ਚਰਨਾਂ ਤੇ ਝੁਕਾਂ, ਮੇਰਾ ਦਿਲ ਕਰਦਾ ਉਹਦੇ ਚਰਨਾਂ ਦੀ ਧੂੜ ਨੂੰ ਗ੍ਰਹਿਣ ਕਰਾਂ, ਮੇਰਾ ਮਨ ਕਰਦਾ ਮੈਂ ਉਹਦੇ ਕੋਲ ਬੈਠਾਂ, ਮੇਰਾ ਦਿਲ ਕਰਦਾ ਮੈਂ ਉਹਦੇ ਨਾਲ ਗੱਲ ਕਰਾਂ। ਕਿ ਸਾਡਾ ਇਦਾਂ ਦਾ ਮਨ ਕਰਦਾ ਕਿਸੇ ਰੱਬ ਦੇ ਪਿਆਰੇ ਨਾਲ ਗੱਲ ਕਰਾਂ। ਪਤਾ ਕਿਹਦਾ ਦਿਲ ਕਰੇਗਾ? ਜਿਹੜਾ ਅੰਦਰੋਂ ਮੋਮ ਦਿਲ ਹੋ ਜਾਏਗਾ, ਜਿਹੜਾ ਅੰਦਰੋਂ ਨਰਮ ਹੋ ਜਾਏਗਾ, ਉਹਦਾ ਦਿਲ ਕਰੇਗਾ ਮੈਂ ਕਿਸੇ ਚੰਗੇ ਇਨਸਾਨ ਕੋਲੋਂ ਬੈਠਾ, ਮੈਂ ਕਿਸੇ ਚੰਗੇ ਇਨਸਾਨ ਨਾਲ ਚੰਗੀ ਗੱਲ ਕਰਾਂ। ਦੇਖਿਓ, ਚੰਗਾ ਇਨਸਾਨ ਤੁਹਾਡੇ ਨਾਲ ਚੰਗੀ ਗੱਲ ਕਰੇਗਾ, ਉਹ ਮਾੜੀ ਗੱਲ ਤੋਂ ਤੁਹਾਨੂੰ ਟੋਕ ਦੇਗਾ, ਰੋਕ ਦੇਗਾ, ਤੇ ਤੁਸੀਂ ਉਹਦਾ ਗੁੱਸਾ ਨਾ ਕਰਨਾ, ਗੁੱਸਾ ਨਾ ਕਰਨਾ। ਉਹ ਚੰਗਾ ਇਨਸਾਨ ਹੁੰਦਾ ਜਿਹੜਾ ਮਾੜੀ ਗੱਲ ਤੋਂ ਰੋਕਦਾ, ਜਿਹੜਾ ਟੋਕਦਾ, ਉਹ ਤੁਹਾਡਾ ਸੱਜਣ ਹੁੰਦਾ, ਉਹ ਸਾਡਾ ਸੱਜਣ ਹੈ। ਸੋ ਇਸ ਲਈ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਚਰਨਾਂ ਦੀ ਧੂੜ ਚਾਹੁੰਦਾ, ਉਹਦੀ ਸੰਗਤ ਚਾਹੁੰਦਾ, ਜਿਸ ਤੇ ਤੇਰੀ ਵਾਹਿਗੁਰੂ ਮਿਹਰ ਹੈ। ਸੋ ਇਹ ਸੀ ਅੱਜ ਦੇ ਸ਼ਬਦ ਦੀ ਲੜੀਵਾਰ ਵਿਚਾਰ ਜੋ ਮਹਾਰਾਜ ਜੀ ਨੇ ਆਪ ਮਿਹਰ ਕਰਕੇ ਕਰਵਾਈ ਹੈ। ਕੱਲ ਦਾ ਸ਼ਬਦ ਹੈ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਜੋ ਪਹਿਲੀ ਅਸ਼ਟਪਦੀ ਦੀ ਆਖਰੀ ਪੌੜੀ ਹੈ ਨਾ, ਇਹ ਕੱਲ ਨੂੰ ਉਹ ਹੈ। ਫਿਰ ਅਗਲੀ ਦੂਜੀ ਅਸ਼ਟਪਦੀ ਆਰੰਭ ਹੋਏਗੀ ਪਰਸੋਂ ਨੂੰ। ਸੋ ਮਹਾਰਾਜ ਜੀ ਮਿਹਰ ਕਰਨ, ਸ਼ਬਦ ਦਾ ਵਿਚਾਰ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਹਾਂਜੀ ਬੇਨਤੀ ਹੈ। ਕੱਲ 14 ਤਰੀਕ ਦਿਨ ਵੀਰਵਾਰ ਔਰ ਜੇਠ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਗੁਰੂ ਤੁਹਾਨੂੰ ਹਰ ਖੁਸ਼ੀ ਬਖਸ਼ੇ, ਗੁਰੂ ਤੁਹਾਡੇ ਬੱਚਿਆਂ ਦੇ ਕਾਰਜ ਰਾਸ ਕਰੇ, ਗੁਰੂ ਤੁਹਾਡੇ ਹਰ ਵੇਲੇ ਨਾਲ ਰਹੇ। ਇਹ ਮੈਂ ਅੰਦਰੋਂ ਬੇਨਤੀ ਕਰਦਾ, ਕਿਸੇ ਦਾ ਵੀ ਸੱਚੇ ਪਾਤਸ਼ਾਹ ਬੁਰਾ ਨਾ ਹੋਵੇ। ਕੋਈ ਜੈਸਾ ਮਰਜ਼ੀ ਹੈ, ਸਭ ਦਾ ਭਲਾ ਕਰਨਾ ਹੈ। ਕੋਈ ਕਿਸੇ ਨੂੰ ਮਾੜਾ ਬੋਲੀ ਜਾਂਦਾ, ਚੰਗਾ ਬੋਲੀ ਜਾਂਦਾ, ਉਹਦਾ ਵੀ ਭਲਾ ਕਰਨਾ ਹੈ। ਕੋਈ ਗੁਰਦੁਆਰੇ ਆਉਂਦਾ ਨਹੀਂ ਆਉਂਦਾ, ਉਹਦਾ ਵੀ ਸੱਚੇ ਪਾਤਸ਼ਾਹ ਜੀ ਪੂਰਨ ਭਲਾ ਕਰਨਾ। ਸਭ ਦਾ ਭਲਾ ਕਰੋ ਮਹਾਰਾਜ ਜੀ, ਸਭ ਤੇ ਤਰਸ ਕਰੋ, ਸਭ ਦੇ ਬੱਚਿਆਂ ਨੂੰ ਖੁਸ਼ੀਆਂ ਦਿਓ। ਇੰਨੀ ਸੇਵਾ ਪ੍ਰਵਾਨ। ਸੋ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਦੇਗ ਦੀ ਜਾਂ ਪ੍ਰਸ਼ਾਦ ਦੀ, ਆਪ ਜੀ ਸ਼ਰਧਾ ਨਾਲ ਕਰ ਸਕਦੇ ਹੋ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।